ਸਤਿ ਸ਼੍ਰੀ ਅਕਾਲ ਜੀ, ਵੈਲਕਮ ਔਨ ਆਵਰ YouTube ਚੈਨਲ। ਇੱਥੇ ਆਪਾਂ UGC ਨੈਟ ਪੇਪਰ 1 ਦੀ ਤਿਆਰੀ ਕਰ ਰਹੇ ਹਾਂ। ਤਾਂ ਆਪਣਾ ਨੈਕਸਟ ਜਿਹੜਾ ਟੌਪਿਕ ਹੈ ਟੀਚਿੰਗ ਐਪਟੀਟਿਊਡ ਦੇ ਵਿੱਚ ਉਹ ਹੈਗਾ ਫੈਕਟਰਸ ਅਫੈਕਟਿੰਗ ਟੀਚਿੰਗ ਰਿਲੇਟਡ ਟੂ ਲਰਨਰ। ਕਿ ਲਰਨਰ ਦੇ ਨਾਲ ਰਿਲੇਟਡ ਕਿਹੜੇ ਫੈਕਟਰਸ ਨੇ ਜਿਹੜੇ ਟੀਚਿੰਗ ਨੂੰ ਅਫੈਕਟ ਕਰਦੇ ਨੇ। ਵੈਸੇ ਤਾਂ ਜਿਹੜੇ ਆਪਾਂ ਮੇਨ ਇਹਦੇ ਵਿੱਚ ਯਾਦ ਰੱਖਣਾ ਜਿਵੇਂ ਐਟੀਟਿਊਡ ਹੋ ਗਿਆ, ਮੋਟੀਵੇਸ਼ਨ ਹੋ ਗਿਆ, ਮੈਚੋਰਿਟੀ ਹੋ ਗਿਆ, ਸਾਈਕੋਲੋਜੀਕਲ ਵੈਲਬੀਂਗ ਹੋ ਗਿਆ, ਇੰਟਰਸਟ ਹੋ ਗਿਆ, ਰੀਇਨਫੋਰਸਮੈਂਟ। ਇਹ ਚੀਜ਼ਾਂ ਮਤਲਬ ਲਰਨਰ ਦੇ ਲਈ ਇੰਪੋਰਟੈਂਟ ਹੁੰਦੀਆਂ ਨੇ। ਜਿਵੇਂ ਲਰਨਰ ਦਾ ਐਟੀਟਿਊਡ ਕਿਵੇਂ ਦਾ, ਪੋਜ਼ੀਟਿਵ ਐਟੀਟਿਊਡ ਹੈ, ਲੌਜੀਕਲ ਥਿੰਕਿੰਗ ਹੈ, ਉਹ ਜਿਵੇਂ ਦਾ ਮਤਲਬ ਉਹਦਾ ਲਰਨਿੰਗ ਦੇ ਲਈ ਐਟੀਟਿਊਡ ਹੋਊਗਾ ਉਹ ਚੀਜ਼ ਟੀਚਿੰਗ ਨੂੰ ਅਫੈਕਟ ਕਰੂਗੀ। ਮੋਟੀਵੇਸ਼ਨ, ਸਟੂਡੈਂਟਸ ਨੂੰ ਆਪਾਂ ਆਲਵੇਜ਼ ਜਿਹੜਾ ਮੋਟੀਵੇਟਡ ਰੱਖਣ ਦੇ ਲਈ ਕੀ ਕਰ ਸਕਦੇ ਹਾਂ, ਟੀਚਿੰਗ ਨੂੰ ਇਫੈਕਟਿਵ ਬਣਾਉਂਦੀ ਹੈ ਇਹ ਚੀਜ਼। ਮੈਚਿਓਰਿਟੀ, ਜਿਵੇਂ ਛੋਟੇ ਬੱਚੇ ਨੇ ਜਾਂ ਏਜ ਫੈਕਟਰ ਹੈ, ਇਹ ਚੀਜ਼ਾਂ ਬਹੁਤ ਜ਼ਿਆਦਾ ਟੀਚਿੰਗ ਨੂੰ ਇਫੈਕਟ ਕਰਦੀਆਂ। ਜੇ ਲਰਨਰ ਮੈਚਿਓਰ ਹੈ ਤਾਂ ਉਹਨੇ ਮਤਲਬ ਉਹਨੂੰ ਇੰਨੀ ਜ਼ਿਆਦਾ ਰੀਇਨਫੋਰਸਮੈਂਟ ਦੀ ਜਾਂ ਇੰਟਰਸਟ ਕ੍ਰੀਏਟ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਪਊਗੀ, ਕਿਉਂਕਿ ਉਹਨੂੰ ਆਪਣੀ ਨੀਡ ਦਾ ਪਤਾ ਹੋਊਗਾ, ਉਹਨੂੰ ਆਪਣੀ ਵੈਲਿਊ ਇੰਪੋਰਟੈਂਸ ਦਾ ਪਤਾ ਹੋਊਗਾ ਕਿ ਟੀਚਿੰਗ ਦੀ ਕੀ ਹੈ, ਜੋ ਵੀ ਮਟੀਰੀਅਲ ਲਰਨ ਕਰਨਾ ਉਹਦੀ ਇੰਪੋਰਟੈਂਸ ਕੀ ਹੈ ਉਹਦੇ ਲਈ। ਬਟ ਜਿਹੜਾ ਮੈਚਿਓਰ ਨਹੀਂ ਹੁੰਦਾ ਲਰਨਰ ਤਾਂ ਉਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਮਤਲਬ ਐਫਰਟਸ ਕਰਨੇ ਪੈਂਦੇ ਨੇ ਟੀਚਿੰਗ ਦੇ ਲਈ ਕਿ ਉਹਨੂੰ ਆਪਾਂ ਇੰਟਰਸਟਿੰਗ ਵੇ ਦੇ ਨਾਲ ਕੋਈ ਵੀ ਕੰਮ ਹੈ ਜਿਹੜਾ ਉਹ ਕਰਵਾਉਣਾ ਹੁੰਦਾ। ਸਾਈਕੋਲੋਜੀਕਲ ਵੈਲਬੀਂਗ, ਜੇ ਆਪਣੇ ਕੋਲ ਫਿਜ਼ੀਕਲ ਕੰਫਰਟੇਬਲ ਆਪਣੇ ਕੋਲ ਹੈਗਾ, ਉਸ ਤੋਂ ਬਿਨਾਂ ਆਪਾਂ ਮੈਂਟਲੀ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਹਾਂ ਮੋਸਟਲੀ ਕਿ ਮੈਂਟਲੀ ਆਪਾਂ ਪ੍ਰੈਜੈਂਟ ਨਹੀਂ ਹੁੰਦੇ ਕਿਸੇ ਜਗ੍ਹਾ 'ਤੇ, ਕਿਸੇ ਆਪਾਂ ਨੂੰ ਕਿਸੇ ਚੀਜ਼ ਦੀ ਹੋਰ ਟੈਨਸ਼ਨ ਹੈ ਜਾਂ ਕਿਸੇ ਪਾਸੇ ਹੋਰ ਧਿਆਨ ਹੈ, ਤਾਂ ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਟੀਚਿੰਗ ਨੂੰ। ਤਾਂ ਜਿਹੜੀ ਵੈਲਬੀਂਗ ਹੈ, ਸਾਈਕੋਲੋਜੀਕਲ ਵੈਲਬੀਂਗ ਹੈ, ਇੱਕ ਅੱਛੀ ਮੈਂਟਲ ਹੈਲਥ ਹੈ ਜਿਹੜੀ ਉਹ ਟੀਚਿੰਗ ਨੂੰ ਇਫੈਕਟ ਕਰਦੀ ਹੈ ਜਾਂ ਲਰਨਿੰਗ ਨੂੰ ਕਹਿ ਸਕਦੇ ਹਾਂ ਆਪਾਂ ਇਫੈਕਟ ਕਰਦੀ ਹੈ। ਇੰਟਰਸਟਿੰਗ ਟੌਪਿਕ ਹੋਊਗਾ, ਟੌਪਿਕ ਨੂੰ ਇੰਟਰਸਟਿੰਗ ਤਰੀਕੇ ਦੇ ਨਾਲ ਕਰਵਾਇਆ ਜਾਊਗਾ ਤਾਂ ਉਹਦੇ ਨਾਲ ਉਹਦੇ ਵਿੱਚ ਮਤਲਬ ਆਪਣਾ ਲਰਨਿੰਗ ਹੈ ਜਿਹੜੀ ਉਹ ਇਫੈਕਟਿਵ ਹੋਊਗੀ। ਰੀਇਨਫੋਰਸਮੈਂਟ, ਜਦੋਂ ਕਿਸੇ ਬੱਚੇ ਨੇ ਕੁਛ ਵਧੀਆ ਰਿਸਪੌਂਸ ਦਿੱਤਾ ਹੈ ਉਹਨੂੰ ਆਪਾਂ ਵਧੀਆ ਰੀਇਨਫੋਰਸਮੈਂਟ, ਪੋਜ਼ੀਟਿਵ ਰੀਇਨਫੋਰਸਮੈਂਟ, ਸ਼ਾਬਾਸ਼, ਵੈਰੀ ਗੁੱਡ ਕਹਿਣਾ। ਉਸ ਤੋਂ ਬਿਨਾਂ ਉਸ ਬੱਚੇ ਨੂੰ ਕੋਈ ਰਿਵਾਰਡ ਦੇਣੇ, ਕੋਈ ਮਤਲਬ ਇਨਾਮ ਦੇ ਦੇਣਾ, ਪ੍ਰਾਈਜ਼ ਦੇ ਦੇਣਾ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲਰਨਿੰਗ ਨੂੰ ਹੋਰ ਜ਼ਿਆਦਾ ਇਨਹਾਂਸ ਕਰਦੀਆਂ। ਮਤਲਬ ਆਪਾਂ ਬੱਚਾ ਜਿਹੜਾ ਉਹ ਇੰਟਰਸਟ ਦੇ ਨਾਲ ਹੋਰ ਜ਼ਿਆਦਾ ਪਾਰਟੀਸਪੇਟ ਕਰਕੇ ਲਰਨਿੰਗ ਦੇ ਵਿੱਚ ਹਿੱਸਾ ਲੈਂਦਾ। ਇਸ ਤੋਂ ਬਿਨਾਂ ਜਿਹੜੇ ਆਪਣੇ ਕੋਲੇ ਮੈਥਡਸ ਜਿਹੜੇ ਮਤਲਬ ਕਿ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਸਪੋਰਟ ਮਟੀਰੀਅਲ ਵਗੈਰਾ, ਇੰਸਟਰਕਸ਼ਨਲ ਫੈਸਿਲਿਟੀਜ਼, ਲਰਨਿੰਗ ਇਨਵਾਇਰਮੈਂਟ, ਸੋਸ਼ੋ ਇਕਨੋਮਿਕ ਫੈਕਟਰ ਜਾਂ ਐਕਸਪੈਕਟੇਸ਼ਨਸ, ਇਹ ਚੀਜ਼ਾਂ ਵੀ ਜਿਹੜੀਆਂ ਉਹ ਲਰਨਿੰਗ ਨੂੰ ਜਾਂ ਟੀਚਿੰਗ ਨੂੰ ਇਫੈਕਟ ਕਰਦੀਆਂ। ਤਾਂ ਇੱਥੋਂ ਇੱਕ ਵਾਰੀ ਆਪਾਂ ਪੜ੍ਹ ਲੈਂਦੇ ਹਾਂ ਕਿ ਦ ਮੈਚੋਰਿਟੀ, ਏਜ, ਮੋਟੀਵੇਸ਼ਨ, ਪ੍ਰੀਵੀਅਸ ਲਰਨਿੰਗ, ਇੰਟੈਲੀਜੈਂਸ, ਮੈਂਟਲ ਹੈਲਥ, ਫਿਜ਼ੀਕਲ ਨੀਡ, ਡਾਈਟ, ਨਿਊਟ੍ਰੀਸ਼ਨ, ਅਟੈਂਸ਼ਨ ਐਂਡ ਇੰਟਰਸਟ, ਗੋਲ ਸੈਟਿੰਗ ਐਂਡ ਲੈਵਲ ਆਫ ਇੰਸਪੀਰੇਸ਼ਨ ਆਰ ਦਾ ਫੈਕਟਰਸ ਅਫੈਕਟਿੰਗ ਟੀਚਿੰਗ ਰਿਲੇਟਡ ਟੂ ਲਰਨਰ। ਕਿਹੜੇ ਫੈਕਟਰਸ ਨੇ ਮੇਨ? ਮੈਚੋਰਿਟੀ, ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਲਰਨਰ ਜੇ ਮੈਚਿਓਰ ਹੈ ਤਾਂ ਉਹਨੂੰ ਇੰਨੇ ਜ਼ਿਆਦਾ ਐਫਰਟਸ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਪਊਗੀ, ਬਟ ਜੇ ਮੈਚਿਓਰ ਨਹੀਂ ਹੈਗਾ ਤਾਂ ਉਹਨੂੰ ਆਪਾਂ ਇੰਟਰਸਟਿੰਗ ਵੇ ਦੇ ਨਾਲ ਪੜ੍ਹਾਉਣਾ ਹੋਊਗਾ। ਏਜ ਫੈਕਟਰ ਡਿਪੈਂਡ ਕਰਦਾ। ਮੋਟੀਵੇਸ਼ਨ, ਜਿਵੇਂ ਏਜ ਦੇ ਵਿੱਚ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਵੀ ਐਡੋਲਸੈਂਟ ਲਰਨਰਸ ਹੁੰਦੇ ਨੇ, ਉਹਨਾਂ ਦੀਆਂ ਨੀਡਸ ਹੋਰ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਨੂੰ ਇੰਟਰਸਟਿੰਗ ਵੇ ਦੇ ਨਾਲ ਪੜ੍ਹਾਉਣ ਦੇ ਲਈ ਕਾਫੀ ਜ਼ਿਆਦਾ ਐਫਰਟਸ ਹੈ ਜਿਹੜੇ ਉਹ ਕਰਨੇ ਪੈਂਦੇ ਨੇ। ਜਿਵੇਂ ਅਡਲਟ ਲਰਨਰਸ ਹੁੰਦੇ ਨੇ ਉਹਨਾਂ ਦੇ ਲਈ ਆਪਾਂ ਨੂੰ ਇੰਨਾ ਜ਼ਿਆਦਾ ਜਿਹੜੇ ਐਫਰਟਸ ਉਹ ਨਹੀਂ ਕਰਨੇ ਪੈਂਦੇ। ਮੋਟੀਵੇਸ਼ਨ, ਆਲਵੇਜ਼ ਮੋਟੀਵੇਟਡ ਰੱਖਣਾ ਲਰਨਰ ਨੂੰ। ਮਤਲਬ ਵਿੱਚ ਆ ਕੇ ਕਈ ਵਾਰੀ ਹੁੰਦਾ ਕਿ ਆਪਣੀ ਮੋਟੀਵੇਸ਼ਨ ਹੈ ਜਿਹੜੀ, ਜਿਵੇਂ ਆਪਾਂ ਕੋਈ ਵੀ ਐਗਜ਼ਾਮ ਦੀ ਤਿਆਰੀ ਕਰਦੇ ਹਾਂ 4-5 ਦਿਨ ਤਾਂ ਆਪਾਂ ਪੂਰਾ ਵਧੀਆ ਐਵੇਂ ਪੜ੍ਹ ਲੈਂਦੇ ਹਾਂ, ਉਸ ਤੋਂ ਬਾਅਦ ਆਪਣਾ ਜਿਹੜਾ ਮਤਲਬ ਸ਼ਡਿਊਲ ਜਿਹਾ ਟੁੱਟ ਜਾਂਦਾ। ਉਹਦੇ ਨਾਲ ਆਪਾਂ ਨੂੰ ਜੇ ਕੋਈ ਮੋਟੀਵੇਸ਼ਨ ਮਿਲਦੀ ਰਹੇ ਨਾਲ ਦੀ ਨਾਲ ਕੋਈ ਆਪਾਂ ਨੂੰ ਥੋੜ੍ਹਾ ਜਿਹਾ ਪੜ੍ਹਨ ਲਈ ਹੱਲਾਸ਼ੇਰੀ ਮੋਟੀਵੇਸ਼ਨ ਦਿੰਦਾ ਰਹੇ ਤਾਂ ਆਪਾਂ ਮਤਲਬ ਕਿ ਉਹਦੀ ਜਿਹੜੀ ਪ੍ਰੈਪਰੇਸ਼ਨ ਉਹਨੂੰ ਕੰਟੀਨਿਊ ਰੱਖਦੇ ਹਾਂ। ਇਸੇ ਤਰ੍ਹਾਂ ਹੀ ਲਰਨਿੰਗ ਟੀਚਿੰਗ ਦੇ ਵਿੱਚ ਕਿ ਸਟੂਡੈਂਟ ਨੂੰ ਜੇ ਆਪਾਂ ਨਾਲ ਦੀ ਨਾਲ ਮੋਟੀਵੇਟ ਕਰਦੇ ਰਹਾਂਗੇ ਤਾਂ ਉਹਦਾ ਇਫੈਕਟ ਪੋਜ਼ੀਟਿਵ ਹੋਊਗਾ ਟੀਚਿੰਗ ਦੇ ਉੱਪਰ। ਪ੍ਰੀਵੀਅਸ ਲਰਨਿੰਗ, ਜਿਵੇਂ PK ਟੈਸਟਿੰਗ, ਪ੍ਰੀਵੀਅਸ ਨੌਲੇਜ ਟੈਸਟ ਕਰਨੀ, ਬੱਚੇ ਦਾ ਜੋ ਪ੍ਰੀਵੀਅਸ ਲੈਵਲ ਹੈ ਜੇ ਉਹਨੂੰ ਪਿਛਲਾ ਆਉਂਦਾ ਹੈ ਤਾਂ ਅਗਲਾ ਜਿਹੜਾ ਉਹ ਪੜ੍ਹਨ ਦੇ ਵਿੱਚ ਆਸਾਨੀ ਹੋਊਗੀ, ਇੰਟਰਸਟ ਵੀ ਬਣੂਗਾ। ਜੇ ਆਪਾਂ ਪਹਿਲਾਂ ਵਾਲਾ ਆਪਾਂ ਨੂੰ ਕੁਛ ਆਉਂਦਾ ਨਹੀਂ, ਕੋਈ ਜਿਵੇਂ ਆਪਣੇ ਤੋਂ ਲੈਕਚਰ ਸਕਿਪ ਹੋ ਗਿਆ, ਪਿਛਲਾ ਲੈਕਚਰ ਆਪਾਂ ਦੇਖਿਆ ਨਹੀਂ ਅਤੇ ਅਗਲਾ ਦੇਖਣ ਲੱਗ ਗਏ ਤਾਂ ਅਗਲਾ ਆਪਾਂ ਨੂੰ ਸਮਝ ਨਹੀਂ ਆਊਗਾ, ਉਹਦੇ ਨਾਲ ਆਪਣਾ ਜਿਹੜਾ ਉਹ ਇੰਟਰਸਟਿੰਗ ਨਹੀਂ ਲੱਗੂਗਾ ਆਪਾਂ ਨੂੰ ਪੜ੍ਹਨਾ, ਫਿਰ ਉਹ ਲੈਕਚਰ ਵੀ ਸਮਝ ਘੱਟ ਆਊਗਾ। ਤਾਂ ਇਹਦੇ ਨਾਲ ਟੀਚਿੰਗ ਹੈ ਜਿਹੜੀ ਉਹ ਇਫੈਕਟ ਹੁੰਦੀ ਹੈ। ਇੰਟੈਲੀਜੈਂਸ, IQ ਲੈਵਲ ਕਿੱਦਾਂ ਦਾ ਆਪਣਾ ਬੱਚੇ ਦਾ, ਤਾਂ ਉਹ ਵੀ ਡਿਪੈਂਡ ਕਰਦਾ ਹੈਗਾ ਗਾ, ਉਹਦੇ 'ਤੇ ਵੀ ਆਪਣੀ ਟੀਚਿੰਗ ਹੈ ਜਿਹੜੀ ਉਹ ਡਿਪੈਂਡ ਕਰਦੀ ਹੈ। ਮੈਂਟਲ ਹੈਲਥ, ਜਿਵੇਂ ਸਾਈਕੋਲੋਜੀਕਲ ਵੈਲਬੀਂਗ ਤੁਹਾਨੂੰ ਪਹਿਲਾਂ ਵੀ ਮੈਂ ਐਕਸਪਲੇਨ ਕਰਤਾ। ਫਿਜ਼ੀਕਲ ਨੀਡ, ਕਿ ਆਪਣੀ ਨੀਡ ਕੀ ਹੈ ਉਹਦੇ ਅਕੋਰਡਿੰਗ ਕੋਈ ਮਤਲਬ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ, ਕੋਈ ਬੱਚਾ ਕਿੱਦਾਂ ਦਾ, ਉਹਦੀ ਮਤਲਬ ਕਿ ਫਿਜ਼ੀਕਲ ਕੋਈ ਪ੍ਰੋਬਲਮ ਹੈਗੀ ਹੈ ਜਾਂ ਕੋਈ ਵਿਜ਼ੂਅਲ ਜਾਂ ਆਡੀਓ, ਮਤਲਬ ਕਿ
ਕਿਸ ਤਰ੍ਹਾਂ ਨਾਲ ਬੱਚਾ ਸਮਝ ਸਕਦਾ, ਉਹਦੇ ਅਕੋਰਡਿੰਗ ਜੇ ਆਪਣੀ ਜਿਹੜਾ ਲੈਕਚਰ ਡਿਲੀਵਰ ਕਰਾਂਗੇ ਉਹ ਇੰਟਰਸਟਿੰਗ ਵੇ ਦੇ ਨਾਲ ਉਹਨੂੰ ਗ੍ਰਾਸਪ ਕਰੇਗਾ। ਡਾਈਟ ਨਿਊਟ੍ਰੀਸ਼ਨ, ਜੇ ਬੱਚਾ ਵੀਕ ਹੈ, ਫਿਜ਼ੀਕਲੀ ਕਮਜ਼ੋਰ ਹੈ, ਉਹਦੀ ਡਾਈਟ ਹੀ ਨਹੀਂ ਪ੍ਰੋਪਰ ਹੈਗੀ, ਨਿਊਟ੍ਰੀਸ਼ਨ ਕਿਸੇ ਚੀਜ਼ ਦੀ ਕਮੀ ਆ, ਤਾਂ ਉਹਦੀ ਜਿਹੜੀ ਬਾਡੀ ਆ ਉਹ ਵੀ ਉਹਨੂੰ ਪ੍ਰੋਪਰ ਸਾਥ ਨਹੀਂ ਦੇਊਗੀ ਅਤੇ ਉਹਦੀ ਜਿਹੜੀ ਮੈਂਟਲ ਹੈਲਥ 'ਤੇ ਵੀ ਉਸ ਚੀਜ਼ ਦਾ ਅਸਰ ਪਊਗਾ। ਅਤੇ ਇਹਨਾਂ ਚੀਜ਼ਾਂ ਦੇ ਨਾਲ ਵੀ ਜਿਹੜੀ ਟੀਚਿੰਗ ਲਰਨਿੰਗ ਹੈ ਉਹ ਇਫੈਕਟ ਹੁੰਦੀ ਹੈ। ਅਟੈਂਸ਼ਨ, ਧਿਆਨ ਕਿੰਨਾ ਦਿੰਦੇ ਨੇ ਬੱਚੇ, ਇੰਟਰਸਟ ਕਿੰਨਾ ਟੋਪਿਕ ਦੇ ਵਿੱਚ, ਜਾਂ ਜੋ ਕਰਵਾਇਆ ਜਾ ਰਿਹਾ, ਜੋ ਪੜ੍ਹਾਇਆ ਜਾ ਰਿਹਾ, ਜੋ ਵੀ ਸਕਿੱਲ ਆਪਾਂ ਸਿੱਖਣ ਜਾ ਰਹੇ ਹਾਂ, ਸਿਖਾਉਣ ਜਾ ਰਹੇ ਹਾਂ ਬੱਚੇ ਨੂੰ, ਤਾਂ ਉਸ ਸਕਿੱਲ ਦੇ ਵਿੱਚ ਬੱਚੇ ਦਾ ਇੰਟਰਸਟ ਕਿੰਨਾ। ਜਿਹੜੀ ਚੀਜ਼ ਦੇ ਵਿੱਚ ਇੰਟਰਸਟ ਹੋਊਗਾ ਉਹਦੇ ਲਈ ਆਪਾਂ ਨੂੰ ਮੋਟੀਵੇਸ਼ਨ ਵੀ ਘੱਟ ਦੇਣ ਦੀ ਲੋੜ ਪਊਗੀ। ਬੱਚਾ ਖੁਦ ਹੀ ਸੈਲਫ ਮੋਟੀਵੇਟਡ ਰਹੂਗਾ ਅਤੇ ਇੰਟਰਸਟ ਦੇ ਨਾਲ ਉਸ ਚੀਜ਼ ਨੂੰ ਪੜ੍ਹੂਗਾ। ਗੋਲ ਸੈਟਿੰਗ, ਇੱਕ ਆਪਣਾ ਪ੍ਰੋਪਰ ਗੋਲ ਸੈਟਿੰਗ ਹੋਣਾ ਚਾਹੀਦਾ ਕਿ ਟੀਚਰ ਦਾ ਵੀ ਕਿ ਮੈਂ ਇਹ ਆਊਟਪੁੱਟ ਇਹਨਾਂ ਤੋਂ ਲੈਣੀ ਹੈ ਬੱਚਿਆਂ ਤੋਂ, ਅਤੇ ਸਟੂਡੈਂਟਸ ਦਾ ਵੀ ਕਿ ਅਸੀਂ ਇਸ ਚੀਜ਼ ਨੂੰ ਕਰਨ ਤੋਂ ਬਾਅਦ ਇਹ ਸਾਡਾ ਗੋਲ ਹੈ। ਜਦੋਂ ਗੋਲ ਸੈੱਟ ਹੋ ਜਾਂਦਾ ਮਾਈਂਡ ਦੇ ਵਿੱਚ ਤਾਂ ਫਿਰ ਆਪਾਂ ਉਸ ਗੋਲ ਨੂੰ ਅਚੀਵ ਕਰਨ ਦੇ ਲਈ ਜਿਹੜੀ ਆਪਣੀ ਮਿਹਨਤ ਹੈ ਉਹ ਕਰਦੇ ਹਾਂ, ਉਹਦੇ ਨਾਲ ਆਪਣੀ ਟੀਚਿੰਗ ਲਰਨਿੰਗ ਹੈ ਜਿਹੜੀ ਉਹਦੇ 'ਤੇ ਇਫੈਕਟ ਹੁੰਦਾ। ਲੈਵਲ ਆਫ ਐਸਪੀਰੇਸ਼ਨ, ਕਿ ਆਪਾਂ ਕਿਸੇ ਨੇ ਆਹ ਚੀਜ਼ ਹਾਸਿਲ ਕਰ ਲਈ ਉਹਦੇ ਤੋਂ ਆਪਾਂ ਇੰਸਪਾਇਰ ਹੁੰਦੇ ਹਾਂ, ਤਾਂ ਇੱਦਾਂ ਦੀਆਂ ਚੀਜ਼ਾਂ ਵੀ ਆਪਾਂ ਨੂੰ ਐਸਪੀਰੇਸ਼ਨ ਵੀ ਜਿਹੜੀ ਆ ਉਹ ਮਿਲਦੀ ਰਹਿਣੀ ਚਾਹੀਦੀ ਹੈ ਟਾਈਮ ਟੂ ਟਾਈਮ। ਇਹ ਜਿਹੜੇ ਫੈਕਟਰਸ ਨੇ ਮੇਨ ਰਿਲੇਟਡ ਨੇ ਲਰਨਰ ਦੇ ਨਾਲ, ਇਹ ਆਪਾਂ ਧਿਆਨ ਦੇ ਵਿੱਚ ਰੱਖਣੇ ਨੇ। ਸਪੋਰਟ ਮਟੀਰੀਅਲ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਜਿਵੇਂ ਮਲਟੀਮੀਡੀਆ ਹੋ ਗਿਆ, ਟੈਬ ਹੋ ਗਿਆ, ਬਲੈਕ ਬੋਰਡ ਹੋ ਗਿਆ, ਬੁਲੇਟਿਨ ਬੋਰਡ ਹੋ ਗਿਆ, ਇਹ ਸਾਰੀਆਂ ਚੀਜ਼ਾਂ ਆਪਣੀਆਂ, ਜਾਂ ਰੀਅਲ ਆਬਜੈਕਟਸ 3D, ਇਹ ਸਾਰੀਆਂ ਚੀਜ਼ਾਂ ਦੇ ਨਾਲ ਮਤਲਬ ਲੈਸਨ ਨੂੰ ਆਪਾਂ ਲਰਨਿੰਗ ਨੂੰ ਆਪਾਂ ਇੰਟਰਸਟਿੰਗ ਬਣਾ ਸਕਦੇ ਹਾਂ। ਜੋ ਵੀ ਆਪਾਂ ਲੈਸਨ ਪਲਾਨ ਕੀਤਾ ਹੈਗਾ ਕਿ ਆਪਾਂ ਡਿਲੀਵਰ ਕਰਨਾ, ਉਹਨੂੰ ਆਪਾਂ ਟੀਚਿੰਗ ਏਡਸ ਦੀ ਹੈਲਪ ਦੇ ਨਾਲ ਜਦੋਂ ਡਿਲੀਵਰ ਕਰਾਂਗੇ ਤਾਂ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਉਹ ਸਮਝ ਆਊਗਾ। ਇੰਸਟਰਕਸ਼ਨਲ ਫੈਸਿਲਿਟੀਜ਼ ਜਾਂ ਇੰਸਟੀਟਿਊਸ਼ਨਲ ਫੈਸਿਲਿਟੀਜ਼, ਜਿਹਦੇ ਵਿੱਚ ਆਪਣੇ ਕੋਲ ਆ ਜਾਂਦੀ ਇੰਸਟਰਕਸ਼ਨਸ ਦੇ ਵਿੱਚ ਤਾਂ ਉਹੀ ਕਿ ਆਪਾਂ ਇੰਸਟਰਕਸ਼ਨ ਕਿਸ ਵੇ ਦੇ ਨਾਲ ਦੇ ਰਹੇ ਹਾਂ। ਆਪਾਂ ICT ਨੂੰ ਯੂਜ਼ ਕਰ ਰਹੇ ਹਾਂ, ਕੰਪਿਊਟਰ ਨੂੰ ਇੰਟੀਗ੍ਰੇਟ ਕਰ ਰਹੇ ਹਾਂ ਨਾਲ, ਜਾਂ ਇੰਟਰਨੈਟ ਦੇ ਥਰੂ, ਜਾਂ ਕਿਸ ਤਰ੍ਹਾਂ ਮਤਲਬ ਕਿ ਇੰਸਟਰਕਸ਼ਨਲ ਮਟੀਰੀਅਲ ਹੈ ਜਿਹੜਾ ਉਹ ਯੂਜ਼ ਕਰ ਰਹੇ ਹਾਂ। ਉਸ ਤੋਂ ਬਿਨਾਂ ਇਹਦੇ ਵਿੱਚ ਇੰਸਟੀਟਿਊਸ਼ਨਲ ਫੈਸਿਲਿਟੀਜ਼ ਵੀ ਆ ਜਾਂਦੀਆਂ ਨੇ, ਜਿਵੇਂ ਕਿ ਕਿੱਦਾਂ ਦਾ ਆਪਣੇ ਕੋਲ ਇਨਫਰਾਸਟਰਕਚਰ ਹੈ, ਕਿਸ ਤਰ੍ਹਾਂ ਦੇ ਟੀਚਰਸ ਨੇ, ਕਿਸ ਤਰ੍ਹਾਂ ਦੀ ਮਤਲਬ ਕਿ ਟੀਚਰਸ ਦੀ ਸੈਲਰੀ ਵਗੈਰਾ, ਉਹ ਸਾਰੀਆਂ ਚੀਜ਼ਾਂ ਇਨਸੈਂਟਿਵਸ ਵਗੈਰਾ ਇਹਦੇ ਵਿੱਚ ਆ ਜਾਂਦੇ ਨੇ। ਲਰਨਿੰਗ ਇਨਵਾਇਰਮੈਂਟ, ਪੋਜ਼ੀਟਿਵ ਲਰਨਿੰਗ ਇਨਵਾਇਰਮੈਂਟ ਬਹੁਤ ਜ਼ਿਆਦਾ ਜ਼ਰੂਰੀ ਆ ਪੋਜ਼ੀਟਿਵ ਜਾਂ ਇੱਕ ਗੁੱਡ ਟੀਚਿੰਗ ਦੇ ਲਈ। ਤਾਂ ਲਰਨਿੰਗ ਇਨਵਾਇਰਮੈਂਟ ਦੇ ਵਿੱਚ ਪੀਸਫੁਲ ਇਨਵਾਇਰਮੈਂਟ ਹੋਣਾ ਚਾਹੀਦਾ। ਉਸ ਤੋਂ ਬਿਨਾਂ ਲਰਨਿੰਗ ਦਾ ਜਿਹੜਾ ਇਨਵਾਇਰਮੈਂਟ ਹੈ ਉਹਨੂੰ ਆਪਾਂ ਪੋਜ਼ੀਟਿਵ ਬਣਾਉਣ ਦੇ ਲਈ ਜਿਹੜੇ ਬੇਸਿਕ ਸਟੈਪਸ ਜਿਹੜੇ ਫੋਲੋ ਕਰ ਸਕਦੇ ਹਾਂ ਉਹ ਕਿਹੜੇ ਨੇ। ਲਰਨਿੰਗ ਨੂੰ ਰੈਲੇਵੈਂਟ ਬਣਾਉਣਾ, ਕਿ ਜੋ ਵੀ ਜਿੱਦਾਂ ਦੇ ਸਟੂਡੈਂਟਸ ਨੇ ਉਹਨਾਂ ਦੇ ਨੀਡ ਦੇ ਅਕੋਰਡਿੰਗ, ਉਹਨਾਂ ਦੀ ਲਾਈਫ ਦੇ ਅਕੋਰਡਿੰਗ ਉਹਨਾਂ ਨੂੰ ਆਪਾਂ ਰੈਲੇਵੈਂਟ ਟੀਚਿੰਗ ਦੇਣੀ। ਜੋ ਵੀ ਆਪਾਂ ਮਤਲਬ ਪੜ੍ਹਾਉਣਾ ਹੈ, ਜੋ ਵੀ ਆਪਣੇ ਟੀਚਿੰਗ ਮੈਥਡਸ ਨੇ, ਸਟ੍ਰੈਟਜੀਜ਼ ਇੱਦਾਂ ਦੀਆਂ ਉਹ ਯੂਜ਼ ਕਰਨੀਆਂ ਕਿ ਉਹਨਾਂ ਨੂੰ ਆਪਾਂ ਟੀਚਿੰਗ ਨੂੰ ਰੈਲੇਵੈਂਟ ਕਰ ਸਕੀਏ, ਉਹਨਾਂ ਨੂੰ ਉਹਨਾਂ ਦੀ ਲਾਈਫ ਦੇ ਵਿੱਚ ਰੈਲੇਵੈਂਟ ਲੱਗੂਗੀ ਤਾਂ ਉਸ ਚੀਜ਼ ਨੂੰ ਉਹ ਜ਼ਿਆਦਾ ਇੰਪੋਰਟੈਂਸ ਦੇਣਗੇ ਅਤੇ ਫਿਰ ਉਹ ਉਸ 'ਤੇ ਜ਼ਿਆਦਾ ਮਤਲਬ ਫੋਕਸ ਕਰ ਪਾਉਣਗੇ। ਕੋਡ ਆਫ ਕੰਡਕਟ, ਕੋਡ ਆਫ ਕੰਡਕਟ ਡਿਵੈਲਪ ਕਰਨਾ ਮਤਲਬ ਟੀਚਰ ਨੂੰ ਐਸਟੈਬਲਿਸ਼ ਕਰਨਾ ਚਾਹੀਦਾ ਕਿ ਟੀਚਰ ਨੂੰ ਪਤਾ ਹੋਵੇ ਕਿ ਬੱਚੇ ਕਿਸ ਤਰ੍ਹਾਂ ਚਾਹੁੰਦੇ ਨੇ ਉਹਨਾਂ ਦੇ ਨਾਲ ਕਿਵੇਂ ਟਰੀਟ ਕਰਨਾ। ਤਾਂ ਉਹ ਜਦੋਂ ਆਪਾਂ ਨੂੰ ਪਤਾ ਲੱਗ ਜੇ ਕਿ ਬੱਚਿਆਂ ਦਾ ਵੇ ਕਿਹੜਾ ਵੇ ਲਾਈਕ ਕਰਦੇ ਨੇ ਟੀਚਿੰਗ ਦਾ, ਉਸ ਤਰੀਕੇ ਦੇ ਨਾਲ ਪੜ੍ਹਾਈਏ ਆਪਾਂ ਉਹਨਾਂ ਨੂੰ, ਉਸ ਤਰੀਕੇ ਦੇ ਨਾਲ ਟੀਚ ਕਰੀਏ ਤਾਂ ਉਹ ਜ਼ਿਆਦਾ ਬੈਨੀਫੀਸ਼ੀਅਲ ਹੋਊਗਾ, ਇਫੈਕਟਿਵ ਟੀਚਿੰਗ ਹੋਊਗੀ। ਡਿਵੈਲਪਿੰਗ ਅ ਪੋਜ਼ੀਟਿਵ ਐਕਸ਼ਨ ਕਰੀਕੁਲਮ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿਹਨੂੰ ਆਪਾਂ ਪਲਾਨ ਕਰ ਸਕੀਏ ਪ੍ਰੋਪਰਲੀ, ਆਪਾਂ ਉਹਨੂੰ ਡਿਲੀਵਰ ਕਰ ਸਕੀਏ ਅਤੇ ਪੋਜ਼ੀਟਿਵ ਬਿਹੇਵੀਅਰ ਦੇ ਨਾਲ ਆਪਾਂ ਉਹਨਾਂ ਨੂੰ ਮਤਲਬ ਟੀਚ ਕਰ ਸਕੀਏ। ਨੈਕਸਟ ਆਪਣੇ ਕੋਲ ਇਹਦੇ ਵਿੱਚ ਆਪਾਂ ਕਰ ਸਕਦੇ ਹਾਂ ਇੰਟ੍ਰਿੰਸਿਕ ਮੋਟੀਵੇਸ਼ਨ, ਅੰਦਰੋਂ ਆਪਣੇ ਮੋਟੀਵੇਸ਼ਨ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਬੱਚੇ ਦਾ ਇੰਟਰਸਟ ਹੋਊਗਾ ਜਿਹੜਾ ਟੌਪਿਕ ਦੇ ਵਿੱਚ, ਉਹ ਸੈਲਫ ਮੋਟੀਵੇਟਡ ਰਹੂਗਾ। ਸੈਲਫ ਮੋਟੀਵੇਟਡ ਮਤਲਬ ਉਹਦੇ ਅੰਦਰੋਂ ਹੀ ਉਹਨੂੰ ਮੋਟੀਵੇਸ਼ਨ ਮਿਲੂਗੀ, ਇੰਟ੍ਰਿੰਸਿਕ ਮੋਟੀਵੇਸ਼ਨ ਹੋਊਗੀ, ਆਪਣੇ ਅੰਦਰੋਂ ਹੀ ਮੋਟੀਵੇਟਡ ਰਹੂਗਾ। ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ ਟੀਚਿੰਗ ਨੂੰ ਇਫੈਕਟਿਵ ਬਣਾਉਣ ਦੇ ਲਈ। ਰੀਇਨਫੋਰਸਮੈਂਟ ਵੈਸੇ ਆਪਾਂ ਐਕਸਪਲੇਨ ਕਰ ਹੀ ਚੁੱਕੇ ਹਾਂ ਪਹਿਲਾਂ। ਪੋਜ਼ੀਟਿਵ ਬਿਹੇਵੀਅਰ, ਰੀਇਨਫੋਰਸਮੈਂਟ, ਬੱਚੇ ਜਦੋਂ ਕੋਈ ਆਪਾਂ ਨੂੰ ਆਨਸਰ ਦਿੰਦੇ ਨੇ ਉਹਨਾਂ ਨੂੰ ਆਪਾਂ ਰੀਇਨਫੋਰਸਮੈਂਟ ਕਰਨੀ, ਕੋਈ ਅਚੀਵਮੈਂਟ ਕਰਦੇ ਉਹਨਾਂ ਨੂੰ ਸਰਟੀਫਿਕੇਟਸ ਦੇਣੇ ਜਾਂ ਅਵਾਰਡਸ ਦੇਣੇ, ਪ੍ਰਾਈਜ਼ ਦੇਣੇ, ਜਾਂ ਜਿਵੇਂ ਛੋਟੇ ਬੱਚਿਆਂ ਨੂੰ ਆਪਾਂ ਸਟਿੱਕਰਸ, ਸਟਾਰ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਿੰਦੇ ਨੇ ਟੀਚਰਸ, ਤਾਂ ਉਹ ਚੀਜ਼ਾਂ ਬੱਚੇ ਨੂੰ ਮੋਟੀਵੇਟ ਕਰਦੀਆਂ ਨੇ ਅਤੇ ਪੋਜ਼ੀਟਿਵ ਬਿਹੇਵੀਅਰ ਵੀ ਡਿਵੈਲਪ ਹੁੰਦਾ ਉਹਨਾਂ ਦੇ ਵਿੱਚ।
ਹਮੇਸ਼ਾ ਟੀਚਰ ਨੂੰ ਜਿਹੜਾ ਨੈਕਸਟ ਪੋਜ਼ਿਟਿਵਿਟੀ ਦੇ ਨਾਲ ਜਿਹੜਾ ਉਹ ਡੀਲ ਕਰਨਾ ਚਾਹੀਦਾ, ਰਿਸਪੌਂਡ ਕਰਨਾ ਚਾਹੀਦਾ ਬੱਚਿਆਂ ਨੂੰ, ਕਿ ਜੇ ਬੱਚੇ ਨੂੰ ਕਿਸੇ ਨੂੰ ਕੁਛ ਸਮਝ ਨਹੀਂ ਆਇਆ, ਉਹਨੇ ਦੁਬਾਰਾ ਪੁੱਛ ਲਿਆ, ਤਾਂ ਉਹਨੂੰ ਮਤਲਬ ਕਿ ਇਸ ਤਰ੍ਹਾਂ ਨਹੀਂ ਟਰੀਟ ਕਰਨਾ ਚਾਹੀਦਾ ਕਿ ਵੀ ਤੂੰ ਨਲਾਇਕ ਹੈ, ਤੈਨੂੰ ਸਮਝ ਨਹੀਂ ਆਉਂਦਾ, ਪਰ ਉਹਨੂੰ ਪੋਜ਼ਿਟਿਵਲੀ ਡੀਲ ਕਰਕੇ ਉਹਦੀ ਪ੍ਰੋਬਲਮ ਨੂੰ ਸਮਝ ਕੇ ਉਹਨੂੰ ਸਮਝਾਉਣਾ ਚਾਹੀਦਾ ਪੋਜ਼ਿਟਿਵ ਵੇ ਦੇ ਨਾਲ। ਕਮਿਊਨੀਕੇਸ਼ਨ ਹੈ ਜਿਹੜੀ ਉਹ ਟੀਚਰ ਦੀ ਅੱਛੀ ਹੋਣੀ ਚਾਹੀਦੀ ਹੈ, ਤਾਂ ਇਹ ਚੀਜ਼ਾਂ ਜਿਹੜੀਆਂ ਉਹ ਪੋਜ਼ਿਟਿਵ ਲਰਨਿੰਗ ਐਨਵਾਇਰਨਮੈਂਟ ਨੂੰ ਕ੍ਰੀਏਟ ਕਰਨ ਦੇ ਵਿੱਚ ਹੈਲਪ ਕਰਦੀਆਂ। ਸੋਸ਼ੋ ਇਕਨੋਮਿਕ ਫੈਕਟਰਸ ਦੇ ਵਿੱਚ ਬੱਚੇ ਦੇ ਵੀ ਇਕਨੋਮਿਕ ਫੈਕਟਰਸ ਆ ਜਾਂਦੇ ਨੇ ਕਿ ਉਹਨਾਂ ਕੋਲ ਘਰ ਦੇ ਵਿੱਚ ਕਿੱਦਾਂ ਦੀਆਂ ਫੈਸਿਲਿਟੀਜ਼ ਹੈਗੀਆਂ ਨੇ ਟੀਚਿੰਗ ਲਰਨਿੰਗ ਦੇ ਲਈ। ਜਿਵੇਂ ਹੁਣ ਕਰੋਨਾ ਟਾਈਮ ਦੇ ਵਿੱਚ ਆਪਣੇ ਕੋਲ ਆਇਆ ਸੀਗਾ ਕਿ ਆਪਾਂ ਨੂੰ ਮੋਬਾਈਲ ਫੋਨ ਦੀ ਔਨਲਾਈਨ ਕਲਾਸਿਸ ਲੱਗਦੀਆਂ ਸੀ, ਬਹੁਤ ਜ਼ਿਆਦਾ ਯੂਜ਼ ਮੋਬਾਈਲ ਫੋਨ ਦੇ ਉੱਪਰ ਆਪਾਂ ਨੂੰ ਕਰਨੀਆਂ ਪੈਂਦੀਆਂ ਸੀ ਕਲਾਸਿਸ। ਅਤੇ ਕਈ ਬੱਚੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਕੋਲ ਘਰ ਵਿੱਚ ਸਮਾਰਟਫੋਨਸ ਵਗੈਰਾ ਨਹੀਂ ਹੈਗੇ ਸੀ, ਤਾਂ ਉੱਥੇ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪਈ ਆ। ਤਾਂ ਸੋਸ਼ੋ ਇਕਨੋਮਿਕ ਫੈਕਟਰ ਹੈ ਜਿਹੜੇ ਉਹ ਵੀ ਬਹੁਤ ਜ਼ਿਆਦਾ ਰੋਲ ਪਲੇਅ ਕਰਦੇ ਆ ਟੀਚਿੰਗ ਲਰਨਿੰਗ ਦੇ ਵਿੱਚ। ਜਿਵੇਂ ਕਿਹੜੀ ਸੋਸ਼ਲ ਬੈਕਗਰਾਊਂਡ ਤੋਂ ਨੇ ਬੱਚੇ, ਇਹ ਚੀਜ਼ਾਂ ਇਫੈਕਟ ਕਰਦੀਆਂ ਨੇ ਉਹਦੀ ਮਤਲਬ ਬੱਚੇ ਦੀ ਇੰਟਲੈਕਚੁਅਲ ਨੂੰ, ਉਹਦੀ ਹੈਲਥ ਨੂੰ, ਉਹਦੀ ਮੈਂਟਲ ਹੈਲਥ ਨੂੰ, ਮਤਲਬ ਸਾਰੀਆਂ ਚੀਜ਼ਾਂ ਨੂੰ ਹੀ ਸੋਸ਼ੋ ਇਕਨੋਮਿਕ ਫੈਕਟਰ ਜਿਹੜੇ ਉਹ ਸੋਸ਼ੋ ਇਕਨੋਮਿਕ ਫੈਕਟਰ ਬੱਚੇ ਦੇ ਪਰਸਪੈਕਟਿਵ ਤੋਂ ਵੀ, ਟੀਚਰ ਦੇ ਪਰਸਪੈਕਟਿਵ ਤੋਂ ਅਤੇ ਇੰਸਟੀਟਿਊਸ਼ਨ ਦੇ ਪਰਸਪੈਕਟਿਵ ਤੋਂ ਵੀ ਜ਼ਰੂਰੀ ਨੇ, ਕਿਉਂਕਿ ਜੇ ਇੰਸਟੀਟਿਊਸ਼ਨ ਦਾ ਇਕਨੋਮਿਕ ਜਿਹੜਾ ਸਟਰਕਚਰ ਹੈ ਜਿੱਦਾਂ ਦਾ ਹੋਊਗਾ, ਉਹ ਉਸ ਤਰ੍ਹਾਂ ਦੀਆਂ ਫੈਸਿਲਿਟੀਜ਼ ਦੇਣਗੇ ਬੱਚਿਆਂ ਨੂੰ, ਕੰਫਰਟੇਬਲ ਫਿਜ਼ੀਕਲ ਸਟਰਕਚਰ, ਇਨਫਰਾਸਟਰਕਚਰ ਜਾਂ ਮਤਲਬ ਵਧੀਆ ਟੀਚਰਸ ਪ੍ਰੋਵਾਈਡ ਕਰਵਾ ਸਕਣਗੇ। ਤਾਂ ਇਕਨੋਮਿਕ ਫੈਕਟਰਸ 'ਤੇ ਇਹ ਚੀਜ਼ਾਂ ਡਿਪੈਂਡ ਕਰਦੀਆਂ। ਐਕਸਪੈਕਟੇਸ਼ਨਸ, ਆਪਾਂ ਐਕਸਪੈਕਟ ਕੀ ਕਰ ਰਹੇ ਹਾਂ ਬੱਚੇ ਤੋਂ, ਆਊਟਕਮ ਕੀ, ਆਪਣੀ ਲਰਨਿੰਗ ਦੇ ਓਬਜੈਕਟਿਵਸ ਕੀ ਨੇ, ਏਮ ਕੀ ਆ, ਕਿ ਆਪਾਂ ਕਿਉਂ ਪੜ੍ਹਾ ਰਹੇ ਹਾਂ, ਕੀ ਆਪਾਂ ਉਹਨਾਂ ਤੋਂ ਅਚੀਵ ਕਰਵਾਉਣਾ ਚਾਹੁੰਦੇ ਹਾਂ। ਤਾਂ ਉਹ ਚੀਜ਼ ਐਕਸਪੈਕਟੇਸ਼ਨ, ਜਿਵੇਂ ਆਪਾਂ ਕਈ ਵਾਰ ਹੁੰਦਾ ਕਿ ਬੱਚੇ ਦੇ ਲੈਵਲ ਤੋਂ ਜ਼ਿਆਦਾ ਐਕਸਪੈਕਟੇਸ਼ਨਸ ਰੱਖਣ ਲੱਗ ਪੈਂਦੇ ਹਾਂ, ਉਹਦੇ ਨਾਲ ਕੀ ਹੈ ਬੱਚਾ ਉਹਨਾਂ ਐਕਸਪੈਕਟੇਸ਼ਨਸ 'ਤੇ ਕਈ ਵਾਰੀ ਪੂਰਾ ਨਹੀਂ ਉਤਰਦਾ, ਫਿਰ ਪੇਰੈਂਟਸ ਜਾਂ ਟੀਚਰਸ ਬੱਚਿਆਂ ਨੂੰ ਡਾਂਟਦੇ ਨੇ, ਘੂਰਦੇ ਨੇ, ਤਾਂ ਉਸ ਤਰੀਕੇ ਦੇ ਨਾਲ ਜਿਹੜਾ ਉਹ ਬੱਚਾ ਡੀਮੋਟੀਵੇਟ ਹੁੰਦਾ। ਐਕਸਪੈਕਟੇਸ਼ਨਸ ਆਪਣੀਆਂ ਉਸ ਲੈਵਲ ਦੀਆਂ ਹੋਣੀਆਂ ਚਾਹੀਦੀਆਂ ਨੇ, ਬੱਚੇ ਦੇ ਇੰਟਰਸਟ, ਇੰਡੀਵਿਜੂਅਲ ਡਿਫਰੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਬੱਚਾ ਕਿੰਨਾ ਕੁ ਮਤਲਬ ਕਰ ਸਕਦਾ, ਉਹਦਾ ਲੈਵਲ ਕੀ ਹੈ, ਉਹਦੇ ਅਕੋਰਡਿੰਗ ਆਪਾਂ ਨੂੰ ਐਕਸਪੈਕਟ ਕਰਨਾ ਚਾਹੀਦਾ। ਉਹਦੇ ਅਕੋਰਡਿੰਗ ਜਦੋਂ ਉਹ ਐਕਸਪੈਕਟੇਸ਼ਨਸ 'ਤੇ ਪੂਰਾ ਉਤਰੂਗਾ, ਉਹਨੂੰ ਰੀਇਨਫੋਰਸਮੈਂਟ ਮਿਲਣੀ ਚਾਹੀਦੀ ਹੈ। ਪੋਜ਼ੀਟਿਵ ਰੀਇਨਫੋਰਸਮੈਂਟ ਦੇ ਨਾਲ ਫਿਰ ਉਹ ਬੱਚਾ ਜਿਹੜਾ ਉਹ ਆਪਾਂ ਨੂੰ ਹੋਰ ਜ਼ਿਆਦਾ ਨੈਕਸਟ ਜਿਹੜੇ ਰਿਜ਼ਲਟਸ ਵਧੀਆ ਦੇਊਗਾ, ਪੋਜ਼ੀਟਿਵ ਜਿਹੜੇ ਉਹਦੇ ਰਿਜ਼ਲਟਸ ਆਉਣਗੇ ਪੋਜ਼ੀਟਿਵ ਰੀਇਨਫੋਰਸਮੈਂਟ ਦੇ। ਨੈਕਸਟ ਆਪਣੇ ਕੋਲ ਆ ਜਾਂਦੀਆਂ ਫੈਕਟਰਸ ਅਫੈਕਟਿੰਗ ਟੀਚਿੰਗ ਰਿਲੇਟਡ ਟੂ ਇੰਸਟਰਕਸ਼ਨਲ ਔਰ ਇੰਸਟੀਟਿਊਸ਼ਨਲ ਫੈਸਿਲਿਟੀਜ਼। ਇਹਦੇ 'ਚ ਮੋਸਟ ਆਫ ਦ ਥਿੰਗਸ ਤਾਂ ਆਪਾਂ ਕੀਤੀਆਂ ਹੋਈਆਂ ਨੇ ਕਿ ਇਕਨੋਮਿਕ ਫੈਕਟਰਸ ਜਾਂ ਇਸ ਤਰ੍ਹਾਂ, ਪਰ ਹੋਰ ਜ਼ਿਆਦਾ ਐਲੈਬੋਰੇਟ ਤਰੀਕੇ ਦੇ ਨਾਲ ਆਪਾਂ ਇੱਥੇ ਥੋੜ੍ਹਾ ਐਕਸਪਲੇਨ ਕਰਦੇ ਹਾਂ। ਹਾਂਜੀ, ਇੰਸਟਰਕਸ਼ਨਲ ਦੇ ਵਿੱਚ ਆ ਜਾਂਦਾ ਕਿ ਇੰਸਟਰਕਸ਼ਨ ਬੱਚੇ ਨੂੰ ਆਪਾਂ ਪੜ੍ਹਾਉਣਾ ਕਿਵੇਂ ਆ, ਪੜ੍ਹਾਉਣ ਦਾ ਤਰੀਕਾ। ਰਾਈਟਿੰਗ ਇੰਸਟਰਕਸ਼ਨਲ ਓਬਜੈਕਟਿਵ, ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਆਪਣਾ ਏਮ, ਆਪਣਾ ਓਬਜੈਕਟਿਵ ਹੈ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ, ਔਰ ਰਿਟਨ ਹੋਣਾ ਚਾਹੀਦਾ ਕਿ ਆਪਣਾ ਇਹ ਟੌਪਿਕ ਕਰਵਾਉਣ ਤੋਂ ਬਾਅਦ ਇਹ ਓਬਜੈਕਟਿਵ ਹੈ ਜਿਹੜੇ ਉਹ ਅਚੀਵ ਹੋਣਗੇ। ਔਰਗੇਨਾਈਜ਼ਿੰਗ ਦਾ ਕੰਟੈਂਟ, ਜੋ ਵੀ ਆਪਾਂ ਪੜ੍ਹਾਉਣਾ ਪੂਰਾ ਕੋਰਸ ਕੰਟੈਂਟ ਜਿਹੜਾ ਵੀ ਮਟੀਰੀਅਲ ਆ ਉਹਨੂੰ ਆਪਾਂ ਪ੍ਰੋਪਰ ਵੇ ਦੇ ਨਾਲ ਔਰਗੇਨਾਈਜ਼ ਕਰ ਲੈਣਾ, ਔਰਗੇਨਾਈਜ਼ਡ ਹੋਣਾ ਚਾਹੀਦਾ। ਜੇ ਔਰਗੇਨਾਈਜ਼ਡ ਨਹੀਂ ਹੋਊਗਾ, ਵਿੱਚ ਆਪਾਂ ਇੱਧਰੋਂ ਉੱਧਰੋਂ ਕਰਦੇ ਰਹਾਂਗੇ, ਤਾਂ ਉਹਦੇ ਨਾਲ ਜਿਹੜਾ ਆਪਣੀ ਜਿਹੜੀ ਪੜ੍ਹਾਉਣ ਦਾ ਪੇਸ ਹੈ ਉਹ ਵੀ ਟੁੱਟ ਜਾਊਗੀ, ਬੱਚੇ ਦਾ ਇੰਟਰਸਟ ਵੀ ਟੁੱਟ ਜਾਊਗਾ। ਔਰਗੇਨਾਈਜ਼ਡ ਕੰਟੈਂਟ ਹੋਣਾ ਚਾਹੀਦਾ ਕਿ ਇੱਕ ਲੈਅ ਦੇ ਵਿੱਚ ਆਪਾਂ ਪ੍ਰੋਪਰਲੀ ਜਦੋਂ ਸ਼ੁਰੂ ਕੀਤਾ ਟੌਪਿਕ ਆਰਾਮ ਦੇ ਨਾਲ ਕੰਪਲੀਟ ਕੀਤਾ, ਨੈਕਸਟ ਆਪਾਂ ਇਹ ਕਰਾਂਗੇ, ਆਪਣੀ ਪੂਰੀ ਪ੍ਰੋਪਰ ਪਲੈਨਿੰਗ ਹੋਣੀ ਚਾਹੀਦੀ ਹੈ, ਔਰਗੇਨਾਈਜੇਸ਼ਨ ਹੋਣੀ ਚਾਹੀਦੀ ਹੈ। ਕ੍ਰੀਏਟਿੰਗ ਸੈੱਟ ਫॉर ਇੰਟਰੋਡਿਊਸਿੰਗ ਦਾ ਲੈਸਨ, ਜਦੋਂ ਆਪਾਂ ਓਬਜੈਕਟਿਵਸ ਕਲੀਅਰ ਹੋ ਗਏ, ਆਪਣੇ ਕੰਟੈਂਟ ਆਪਣਾ ਔਰਗੇਨਾਈਜ਼ਡ ਹੈ, ਪ੍ਰੀਪੇਅਰ ਹੈ, ਉਸ ਤੋਂ ਬਾਅਦ ਆਪਾਂ ਕਲਾਸ ਰੂਮ ਦੇ ਵਿੱਚ ਜਾ ਕੇ ਇੰਟਰੋਡਿਊਸ ਕਰਵਾਉਣਾ ਲੈਸਨ। ਤਾਂ ਜਿਹੜਾ ਪ੍ਰੋਪਰ ਵੇ ਦੇ ਨਾਲ ਜਿਹੜਾ ਇੰਟਰੋਡਕਸ਼ਨ ਹੋਣੀ ਚਾਹੀਦੀ ਹੈ। ਜੇ ਇੰਟਰੋਡਕਸ਼ਨ ਹੀ ਢਿੱਲੀ ਪੈ ਗਈ ਤਾਂ ਉਸ ਤੋਂ ਬਾਅਦ ਆਪਣਾ ਪੂਰਾ ਲੈਸਨ ਹੈ ਜਿਹੜਾ ਉਹ ਮਤਲਬ ਉਹਦੀ ਉਨੀ ਜ਼ਿਆਦਾ ਇਫੈਕਟਿਵ ਨਹੀਂ ਰਹੂਗਾ। ਇੰਟਰੋਡਿਊਸਿੰਗ ਅ ਲੈਸਨ, ਉਸ ਤੋਂ ਬਾਅਦ ਆਪਾਂ ਇੰਟਰੋਡਿਊਸ ਕਰਤਾ ਲੈਸਨ ਇੰਟਰੋਡਿਊਸ ਕਰਨਾ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ, ਪ੍ਰੀਵੀਅਸ ਜਿਹੜੀ ਆਪਣੀ ਉਹਨਾਂ ਦੀ ਨੌਲੇਜ ਹੈ ਉਹ ਚੈੱਕ ਕਰਕੇ ਕਲਾਸਰੂਮ ਦੇ ਲੈਵਲ ਦੇ ਅਕੋਰਡਿੰਗ ਆਪਾਂ ਇੰਟਰੋਡਿਊਸ ਕਰ ਦੇਣਾ ਲੈਸਨ। ਸਟਰਕਚਰਿੰਗ ਕਲਾਸਰੂਮ ਕੁਐਸਚਨਸ, ਉਸ ਤੋਂ ਬਾਅਦ ਆਪਾਂ ਕੁਐਸਚਨਸ ਹੈ ਜਿਹੜੇ ਉਹ ਬਣਾਉਣੇ ਆ। ਕੁਐਸਚਨ ਡਿਲੀਵਰੀ ਐਂਡ ਇਟਸ ਡਿਸਟਰੀਬਿਊਸ਼ਨ, ਉਸ ਤੋਂ ਬਾਅਦ ਇਹ ਹੈਗਾ ਕਿ ਕੁਐਸਚਨਸ ਆਪਾਂ ਡਿਲੀਵਰ ਕਰਨੇ ਆ, ਕਿਸ ਤਰੀਕੇ ਦੇ ਨਾਲ ਆਪਾਂ ਡਿਸਟਰੀਬਿਊਟ ਕਰਨੇ ਆ। ਰਿਸਪਾਂਸ ਮੈਨੇਜਮੈਂਟ, ਬੱਚੇ ਰਿਸਪਾਂਸ ਦੇਣਗੇ ਉਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਮੈਨੇਜ ਕਰਨਾ, ਉਹਨਾਂ ਦੀ ਜਿਵੇਂ ਕੁਐਸਚਨ ਆਨਸਰ ਹੈਗੇ, ਕੁਐਸਚਨਿੰਗ ਕਰ ਰਹੇ ਆ, ਆਨਸਰ ਹੈ ਬਲੈਕ ਬੋਰਡ 'ਤੇ ਲਿਖਣੇ ਆ, ਕਾਪੀ 'ਚ ਲਿਖਣੇ ਆ ਜਾਂ ਰਿਕਾਰਡ ਕਰਨੇ ਆ, ਕਿਸ ਤਰੀਕੇ ਦੇ ਨਾਲ ਆਪਾਂ ਉਹਨਾਂ ਦੇ ਰਿਸਪਾਂਸ ਹੈ ਜਿਹੜੇ ਉਹ ਮੈਨੇਜ ਕਰਨੇ, ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਾਂ ਜੋ ਪੜ੍ਹਾਇਆ ਉਹਦੇ ਜੋ ਅਚੀਵ ਹੋਇਆ ਉਹ ਕਿੰਨਾ, ਮਤਲਬ ਆਪਾਂ ਜੋ ਪੜ੍ਹਾਉਣਾ ਚਾਹੁੰਦੇ ਸੀਗੇ ਉਹ ਅਚੀਵ ਹੋ ਗਿਆ ਜਾਂ ਨਹੀਂ ਹੋਇਆ।
ਤਾਂ ਉਹਨਾਂ ਦੇ ਰਿਸਪੌਂਸਿਸ ਤੋਂ ਆਪਾਂ ਬਾਅਦ ਵਿੱਚ ਉਹਨੂੰ ਇਵੈਲੂਏਟ ਕਰ ਸਕਦੇ ਹਾਂ। ਐਕਸਪਲੇਨਿੰਗ, ਉਸ ਤੋਂ ਬਾਅਦ ਆਪਾਂ ਐਕਸਪਲੇਨ ਕਰਨਾ ਜੋ ਵੀ ਕੰਟੈਂਟ ਮਟੀਰੀਅਲ ਹੈ। ਇਲਸਟ੍ਰੇਟਿੰਗ ਵਿਦ ਐਗਜ਼ਾਮਪਲਸ, ਜੋ ਐਕਸਪਲੇਨ ਕੀਤਾ ਉਹਨੂੰ ਐਗਜ਼ਾਮਪਲਸ ਦੇ ਨਾਲ ਸਮਝਾਉਣਾ, ਕਿਉਂਕਿ ਐਗਜ਼ਾਮਪਲਸ ਦੇ ਨਾਲ ਜਦੋਂ ਆਪਾਂ ਰੀਅਲ ਲਾਈਫ ਦੀਆਂ ਐਗਜ਼ਾਮਪਲਸ ਲਵਾਂਗੇ ਤਾਂ ਉਹ ਇਫੈਕਟਿਵ ਤਰੀਕੇ ਦੇ ਨਾਲ ਬੱਚਿਆਂ ਤੱਕ ਚੀਜ਼ ਪਹੁੰਚੂਗੀ। ਯੂਜ਼ਿੰਗ ਟੀਚਿੰਗ ਏਡਸ ਯੂਜ਼ ਕਰਨਾ, ਲੈਸਨ ਨੂੰ ਆਪਾਂ ਇੰਟਰਸਟਿੰਗ ਬਣਾਉਣ ਦੇ ਲਈ। ਸਟਿਮੂਲਸ ਵੇਰੀਏਸ਼ਨ ਹੁੰਦਾ, ਜਿਵੇਂ ਕਈ ਵਾਰੀ ਆਪਾਂ ਇੱਕੋ ਤਰੀਕੇ ਦੇ ਨਾਲ ਬੋਲਦੇ ਜਾਂਦੇ ਤਾਂ ਉਹ ਇੱਕ ਲੈਕਚਰ ਜਿਵੇਂ ਬੋਰਿੰਗ ਟਾਈਪ ਹੋ ਜਾਂਦਾ। ਜਿਵੇਂ ਵਿੱਚੋਂ ਆਪਾਂ ਪਿੱਚ ਹੈ ਜਿਹੜੀ ਆਪਣੀ ਹਾਈ ਕਰ ਲਈ, ਆਵਾਜ਼ ਉੱਚੀ ਕਰ ਲਈ, ਤਾਂ ਜਾਂ ਵਿੱਚੋਂ ਸਲੋ ਕਰ ਲਈ, ਜਾਂ ਜਿੱਥੇ ਵੀ ਸਟਿਮੂਲਸ ਵੇਰੀਏਸ਼ਨ ਦੀ ਆਪਾਂ ਨੂੰ ਲੋੜ ਪੈਂਦੀ ਹੈ ਉੱਥੇ ਆਪਾਂ ਆਪਣੀ ਜਿਹੜੀ ਜੈਸਚਰਸ ਵਗੈਰਾ ਯੂਜ਼ ਕਰਕੇ ਤਾਂ ਬੱਚਿਆਂ ਨੂੰ ਆਪਾਂ ਸਟਿਮੂਲਸ ਵੇਰੀਏਸ਼ਨ ਦੇ ਥਰੂ ਇੰਟਰਸਟਿੰਗ ਵੇ ਦੇ ਨਾਲ ਇੰਟਰੈਕਟਿਵ ਵੇ ਦੇ ਨਾਲ ਆਪਾਂ ਕਲਾਸਰੂਮ ਦੇ ਵਿੱਚ ਜੋੜ ਕੇ ਰੱਖ ਸਕਦੇ ਹਾਂ। ਪੇਸਿੰਗ ਆਫ ਦਾ ਲੈਸਨ, ਕਿ ਲੈਸਨ ਕਿਸ ਸਪੀਡ ਨਾਲ ਕਰਵਾਉਣਾ ਆਪਾਂ। ਔਖਾ ਲੈਸਨ ਹੈ ਉਹਨੂੰ ਹੌਲੀ ਆਰਾਮ ਨਾਲ, ਮਤਲਬ ਕਿ ਸਟੈਪ ਬਾਏ ਸਟੈਪ ਜੋ ਵੀ ਥੋੜ੍ਹੇ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਆਪਾਂ ਕਰਵਾ ਸਕਦੇ ਹਾਂ। ਸੌਖਾ ਲੈਸਨ ਹੈ ਉਹਨੂੰ ਆਪਾਂ ਥੋੜ੍ਹਾ ਜ਼ਿਆਦਾ ਕਰਵਾ ਸਕਦੇ ਹਾਂ, ਮਤਲਬ ਉਸ ਤਰੀਕੇ ਦੇ ਨਾਲ ਜਿੱਦਾਂ ਦਾ ਲੈਸਨ ਦਾ ਜਿਹੜਾ ਆਪਣਾ ਡਿਫੀਕਲਟੀ ਲੈਵਲ ਆ ਉਹਦੇ ਅਕੋਰਡਿੰਗ ਆਪਾਂ ਆਪਣੀ ਸਪੀਡ ਰੱਖਣੀ ਹੈ। ਪ੍ਰਮੋਟਿੰਗ ਪੀਪਲ ਪਾਰਟੀਸਪੇਸ਼ਨ, ਕਿ ਕਲਾਸਰੂਮ ਹੈ ਜਿਹੜਾ ਇੰਟਰੈਕਟਿਵ ਹੋਵੇ, ਬੱਚੇ ਪਾਰਟੀਸਪੇਟ ਕਰਨ, ਉਹਨਾਂ ਤੋਂ ਕੁਐਸਚਨ ਕਰਵਾਉਣੇ, ਕੁਐਸਚਨ ਦੇ ਰਿਸਪੌਂਸਿਸ ਲੈਣੇ, ਉਹਨਾਂ ਦੇ ਰਿਸਪੌਂਸਿਸ ਨੂੰ ਰੀਇਨਫੋਰਸਮੈਂਟ ਕਰਨ ਤਾਂ ਕਿ ਉਹ ਨੈਕਸਟ ਫਿਰ ਹੋਰ ਜ਼ਿਆਦਾ ਪਾਰਟੀਸਪੇਟ ਕਰਨ। ਇਸ ਤਰ੍ਹਾਂ ਮਤਲਬ ਕਿ ਕੋਈ ਐਕਟੀਵਿਟੀ ਕਰਵਾ ਸਕਦੇ ਹਾਂ ਆਪਾਂ ਕਲਾਸਰੂਮ ਦੇ ਵਿੱਚ ਬੱਚਿਆਂ ਨੂੰ ਪਾਰਟੀਸਪੇਟ ਕਰਵਾਉਣ ਦੇ ਲਈ। ਯੂਜ਼ ਆਫ ਬਲੈਕ ਬੋਰਡ ਟੀਚਰ ਖੁਦ ਯੂਜ਼ ਕਰ ਸਕਦਾ ਆਪਣੇ ਪੁਆਇੰਟਸ ਵਗੈਰਾ ਲਿਖਣ ਲਈ, ਜਾਂ ਵਿੱਚੋਂ ਬੱਚਿਆਂ ਨੂੰ ਆਪਾਂ ਉਠਾ ਕੇ ਕੋਈ ਪੁਆਇੰਟ ਹੈ ਜਿਹੜਾ ਉਹ ਲਿਖਣ ਲਈ ਕਹਿ ਸਕਦੇ ਹਾਂ, ਜਾਂ ਆਪਣਾ ਆਨਸਰ ਉਹਨਾਂ ਨੂੰ ਕੋਈ ਕੁਐਸਚਨ ਕੀਤਾ ਤਾਂ ਆਨਸਰ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਉਹ ਬਲੈਕ ਬੋਰਡ 'ਤੇ ਲਿਖਣ। ਇਹਦੇ ਨਾਲ ਵੀ ਕਲਾਸਰੂਮ ਹੈ ਜਿਹੜਾ ਉਹ ਇੰਟਰੈਕਟਿਵ ਬਣੇਗਾ। ਅਚੀਵਿੰਗ ਕਲੋਜ਼ਰ ਆਫ ਦਾ ਲੈਸਨ, ਉਸ ਤੋਂ ਬਾਅਦ ਜਦੋਂ ਆਪਾਂ ਲੈਸਨ ਮਤਲਬ ਪ੍ਰੋਪਰਲੀ ਡਿਲੀਵਰ ਕਰਤਾ, ਸਾਰਾ ਜੋ ਵੀ ਆਪਾਂ ਪੜ੍ਹਾਉਣਾ ਸੀਗਾ ਉਹਨੂੰ ਕਲੋਜ਼ ਮਤਲਬ ਬਾਈਂਡ ਅਪ ਕਰਨਾ, ਕਿ ਪੂਰੀ ਉਹਦੀ ਇੱਕ ਸਮਰੀ ਜਿਹੀ ਦੱਸ ਕੇ ਆਪਾਂ ਉਹਨੂੰ ਕਲੋਜ਼ ਕਰਨਾ। ਗਿਵਿੰਗ ਅਸਾਈਨਮੈਂਟਸ, ਉਸ ਤੋਂ ਬਾਅਦ ਹੋਮ ਅਸਾਈਨਮੈਂਟ, ਘਰ ਦਾ ਕੰਮ ਦੇਣਾ ਆਪਾਂ ਜਦੋਂ ਲੈਸਨ ਪੜ੍ਹਾਤਾ ਸਾਰਾ, ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਅਸਾਈਨਮੈਂਟਸ ਦਿੰਦੇ ਹਾਂ। ਅਵੈਲੂਏਟਿੰਗ ਦਾ ਪਿਊਪਲਸ ਪ੍ਰੋਗਰੈਸ, ਜਦੋਂ ਆਪਾਂ ਲੈਸਨ ਡਿਲੀਵਰ ਕਰਤਾ ਉਸ ਤੋਂ ਬਾਅਦ ਆਪਾਂ ਇਵੈਲੂਏਸ਼ਨ ਕਰਦੇ ਹਾਂ, ਕੁਐਸਚਨਿੰਗ ਕਰਕੇ ਵੀ ਕਰ ਸਕਦੇ ਹਾਂ, ਕੋਈ ਟੈਸਟ ਵੀ ਰੱਖ ਸਕਦੇ ਹਾਂ ਕਿ ਬੱਚਿਆਂ ਨੇ ਅਚੀਵ ਕਿੰਨਾ ਕੀਤਾ, ਪਿਊਪਲ ਦੀ ਪ੍ਰੋਗਰੈਸ ਕਿੰਨੀ ਹੋਈ ਹੈ। ਡਾਇਗਨੋਜ਼ਿੰਗ ਪੀਪਲ ਲਰਨਿੰਗ ਡਿਫੀਕਲਟੀਜ਼ ਐਂਡ ਟੇਕਿੰਗ ਰੈਮੀਡੀਅਲ ਮੈਜਰਸ, ਕਿ ਬੱਚਿਆਂ ਨੂੰ ਜੇ ਆਪਣੇ ਆਬਜੈਕਟਿਵ ਪ੍ਰੋਪਰਲੀ ਅਚੀਵ ਨਹੀਂ ਹੋਏ, ਆਪਾਂ ਨੂੰ ਲੱਗਦਾ ਕਿ ਆਪਾਂ ਜੋ ਟੌਪਿਕ ਕਰਵਾਇਆ ਉਹ ਹਾਲੇ ਬੱਚਿਆਂ ਨੂੰ ਪ੍ਰੋਪਰਲੀ ਆਉਣ ਨਹੀਂ ਲੱਗਿਆ, ਤਾਂ ਡਾਇਗਨੋਜ਼ ਕਰਨਾ ਕਿ ਕਿੱਥੇ ਡਿਫੀਕਲਟੀ ਫੇਸ ਹੋ ਰਹੀ ਹੈ, ਕਿੱਥੇ ਪ੍ਰੋਬਲਮ ਆ ਰਹੀ ਹੈ, ਉਸ ਪ੍ਰੋਬਲਮ ਨੂੰ ਮਤਲਬ ਫਾਈਂਡ ਆਊਟ ਕਰਕੇ ਰੈਮਡੀਅਲ ਮੈਜਰਸ ਹੁੰਦੇ ਆ ਕਿ ਉਹਨੂੰ ਕਿਉਰ ਕਰਨਾ, ਆਪਾਂ ਉਸ ਚੀਜ਼ ਨੂੰ ਠੀਕ ਕਰਨਾ, ਜੋ ਵੀ ਪ੍ਰੋਬਲਮ ਆ ਰਹੀ ਹੈ ਉਹਨੂੰ ਸਮਝਾ ਕੇ ਆਪਾਂ ਉਸ ਨੂੰ ਠੀਕ ਕਰ ਦੇਣਾ। ਮੈਨੇਜਮੈਂਟ ਆਫ ਦਾ ਕਲਾਸਰੂਮ ਦੇ ਵਿੱਚ ਜਿਵੇਂ ਆਪਣਾ ਡਿਸਿਪਲਿਨ ਹੈ ਉਹਨੂੰ ਕਿਵੇਂ ਮੈਨੇਜ ਕਰਨਾ, ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਗੁੱਡ ਟੀਚਿੰਗ ਲਰਨਿੰਗ ਐਨਵਾਇਰਨਮੈਂਟ ਦੇ ਵਿੱਚ। ਨੈਕਸਟ ਆਪਣੇ ਕੋਲੇ ਮੈਗਜ਼ੀਅਮਸ ਆਫ ਟੀਚਿੰਗ ਦੇ ਵਿੱਚੋਂ ਕੁਐਸਚਨ ਆ ਸਕਦਾ ਆਪਾਂ ਨੂੰ ਕਿ ਨੋਨ ਟੂ ਅਨਨੋਨ, ਕਿਸੇ ਆਪਾਂ ਨੂੰ ਕੋਈ ਐਗਜ਼ਾਮਪਲ ਦਿੱਤੀ ਹੋ ਸਕਦੀ ਹੈ ਕਿ ਟੀਚਰ ਇਸ ਤਰੀਕੇ ਦੇ ਨਾਲ ਪੜ੍ਹਾ ਰਿਹਾ ਤਾਂ ਉਹ ਕਿਹੜਾ ਜਿਹੜਾ ਮੈਗਜ਼ੀਅਮ ਹੈ ਉਹ ਟੀਚਿੰਗ ਦਾ ਯੂਜ਼ ਕਰ ਰਿਹਾ, ਜਾਂ ਇਸ ਤਰ੍ਹਾਂ ਇਹ ਚੀਜ਼ ਆਪਾਂ ਪੜ੍ਹਾਉਣੀ ਹੈ ਅਤੇ ਇਹਦੇ 'ਚ ਆਪਾਂ ਕਿਹੜਾ ਜਿਹੜਾ ਮੈਗਜ਼ੀਅਮ ਹੈ ਉਹ ਟੀਚਿੰਗ ਦਾ ਯੂਜ਼ ਕਰਾਂਗੇ। ਇਸ ਤਰ੍ਹਾਂ ਐਗਜ਼ਾਮਪਲਸ ਦੇ ਥਰੂ ਇਹ ਕੁਐਸਚਨਸ ਆ ਜਾਂਦੇ ਨੇ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਨੋਨ ਟੂ ਅਨਨੋਨ, ਜੋ ਆਪਾਂ ਜਾਣਦੇ ਹਾਂ ਉਹਦੇ ਤੋਂ ਜੋ ਆਪਾਂ ਨਹੀਂ ਜਾਣਦੇ ਉਹਦੇ ਵੱਲ ਲੈ ਕੇ ਜਾਣਾ ਬੱਚੇ ਨੂੰ। ਨੋਨ ਟੂ ਅਨਨੋਨ, ਜੋ ਚੀਜ਼ ਆਲਰੇਡੀ ਪਤਾ ਹੈਗੀ ਆ ਪ੍ਰੀਵੀਅਸ ਨੌਲੇਜ ਦੇ ਅਕੋਰਡਿੰਗ ਆਪਾਂ ਅਨਨੋਨ ਵੱਲ ਬੱਚੇ ਨੂੰ ਲੈ ਕੇ ਜਾਣਾ। ਸਿੰਪਲ ਟੂ ਕੰਪਲੈਕਸ, ਪਹਿਲਾਂ ਆਪਾਂ ਸਿੰਪਲ ਚੀਜ਼ਾਂ ਕਰਵਾਉਣੀਆਂ, ਉਸ ਤੋਂ ਬਾਅਦ ਆਪਾਂ ਕੰਪਲੈਕਸ ਵੱਲ ਨੂੰ ਮੂਵ ਕਰਨਾ, ਈਜ਼ੀ ਤੋਂ ਡਿਫੀਕਲਟ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਕੰਕਰੀਟ ਟੂ ਅਬਸਟਰੈਕਟ, ਜਿਹੜੇ ਸਿੰਪਲ ਟੂ ਕੰਪਲੈਕਸ ਹੈ ਜਾਂ ਨੋਨ ਟੂ ਅਨਨੋਨ ਹੈ ਇਹ ਬਹੁਤ ਜ਼ਿਆਦਾ ਸਿੰਪਲ ਹੈ, ਕਨਫਿਊਜ਼ਨ ਥੋੜ੍ਹੀ ਆਪਾਂ ਨੂੰ ਹੁੰਦੀ ਹੈ ਕੰਕਰੀਟ ਟੂ ਅਬਸਟਰੈਕਟ ਜਾਂ ਪਰਟੀਕੂਲਰ ਟੂ ਜਨਰਲ, ਇੱਦਾਂ ਦੀਆਂ ਚੀਜ਼ਾਂ ਦੇ ਵਿੱਚ। ਜਿਵੇਂ ਕੰਕਰੀਟ ਟੂ ਅਬਸਟਰੈਕਟ ਕੀ ਹੁੰਦਾ, ਕੰਕਰੀਟ ਜਿਵੇਂ ਆਪਾਂ ਇਹਨੂੰ ਯਾਦ ਰੱਖ ਸਕਦੇ ਹਾਂ, ਕੰਕਰੀਟ ਸੋਲਿਡ ਚੀਜ਼ ਤੋਂ ਜੋ ਦਿਖ ਰਹੀ ਹੈ ਚੀਜ਼ ਉਹਦੇ ਤੋਂ ਆਪਾਂ ਐਬਸਟਰੈਕਟ ਹੁੰਦੀ ਹੈ ਜੋ ਇਮੈਜੀਨੇਸ਼ਨ ਹੁੰਦੀ ਹੈ ਜੋ ਆਪਾਂ ਨੂੰ ਦਿਖ ਨਹੀਂ ਰਹੀ ਉਹਦੇ ਵੱਲ ਲੈ ਕੇ ਜਾਣਾ, ਐਬਸਟਰੈਕਟ ਵੱਲ। ਹਾਂਜੀ, ਨੈਕਸਟ ਹੈਗਾ ਆਪਣੇ ਕੋਲੇ ਐਨਾਲਿਸਿਸ ਟੂ ਸਿੰਥੇਸਿਸ। ਐਨਾਲਿਸਿਸ ਹੁੰਦਾ ਕਿਸੇ ਚੀਜ਼ ਨੂੰ ਆਪਾਂ ਛੋਟੇ ਪਾਰਟਸ ਦੇ ਵਿੱਚ ਤੋੜ ਕੇ ਕਰਨਾ, ਅਤੇ ਸਿੰਥੇਸਿਸ ਮਤਲਬ ਇਕੱਠਾ ਕਰਕੇ। ਪਹਿਲਾਂ ਆਪਾਂ ਛੋਟੀ ਪਾਰਟਸ ਦੇ ਵਿੱਚ ਜਦੋਂ ਚੀਜ਼ ਨੂੰ ਸਿੱਖਾਂਗੇ ਉਸ ਤੋਂ ਬਾਅਦ ਉਹਨੂੰ ਆਪਾਂ ਇਕੱਠਾ ਸਾਰੇ ਨੂੰ ਸਿੱਖਣਾ ਸੌਖਾ ਹੋ ਜਾਊਗਾ।
मतलब जिवें आपां कोई भी टॉपिक है ਜਾਂ ਕੋਈ ਲੈਸਨ ਹੈ ਉਹਨੂੰ ਪਹਿਲਾਂ ਛੋਟਾ ਥੋੜਾ ਕਰਕੇ ਪੜ੍ਹ ਲਿਆ, ਉਸ ਤੋਂ ਬਾਅਦ ਆਪਾਂ ਇਕੱਠਾ ਸਾਰਾ ਲੈਸਨ ਪੜ੍ਹ ਲਿਆ ਤਾਂ ਇਸ ਤਰ੍ਹਾਂ ਮਤਲਬ ਆਪਾਂ ਨੂੰ ਟੀਚਿੰਗ ਦੇ ਵਿੱਚ ਹੈਲਪ ਹੋ ਜਾਂਦੀ ਹੈ, ਸੌਖਾ ਲੱਗਦਾ। ਪਾਰਟੀਕੂਲਰ ਟੂ ਜਨਰਲ, ਪਾਰਟੀਕੂਲਰ ਹੁੰਦਾ ਇੱਕ ਪਾਰਟੀਕੂਲਰ ਚੀਜ਼, ਇੱਕ ਚੀਜ਼ ਫਿਕਸ। ਉਸ ਤੋਂ ਬਾਅਦ ਜਨਰਲ ਕਿ ਆਪਾਂ ਉਹਨੂੰ ਸਾਰੀ ਚੀਜ਼ 'ਤੇ ਜਨਰਲਾਈਜ਼ ਕਰ ਦੇਣਾ। ਪਾਰਟੀਕੂਲਰ ਇੱਕ ਕੋਈ ਐਗਜ਼ਾਮਪਲ ਕਰਵਾਤੀ, ਉਸ ਤੋਂ ਬਾਅਦ ਆਪਾਂ ਜਨਰਲ ਉਹਦਾ ਫਾਰਮੂਲਾ ਕਰਵਾਤਾ, ਇਸ ਤਰ੍ਹਾਂ ਮਤਲਬ ਪਾਰਟੀਕੂਲਰ ਤੋਂ ਜਨਰਲ ਵੱਲ ਨੂੰ ਜਾਣਾ। ਇਹ ਵੀ ਇੱਕ ਟੀਚਿੰਗ ਦਾ ਜਿਹੜਾ ਮੈਗਜ਼ੀਮ ਹੈ। ਹੋਲ ਟੂ ਪਾਰਟ, ਹੋਲ ਟੂ ਪਾਰਟ ਮਤਲਬ ਸਾਰੇ ਵੱਲੋਂ ਪਾਰਟਸ ਵੱਲ। ਕਈ ਚੀਜ਼ਾਂ ਹੁੰਦੀਆਂ ਨੇ ਪਾਰਟਸ ਤੋਂ ਹੋਲ ਵੱਲ, ਜਿਵੇਂ ਆਪਾਂ ਕਹਿੰਦੇ ਹਾਂ ਐਨਾਲਿਸਿਸ ਕਰਕੇ ਤੋੜ ਕੇ ਛੋਟਾ ਫਿਰ ਆਪਾਂ ਸਾਰਿਆਂ ਨੂੰ ਪੜ੍ਹਦੇ ਹਾਂ ਉਦੋਂ ਸਮਝ ਆਉਂਦੀਆਂ ਨੇ। ਪਰ ਕੁਛ ਚੀਜ਼ਾਂ ਹੁੰਦੀਆਂ ਨੇ ਜਿਵੇਂ ਪਹਿਲਾਂ ਆਪਾਂ ਪੂਰੀ ਚੀਜ਼ ਨੂੰ ਦੇਖ ਲਿਆ, ਉਸ ਤੋਂ ਬਾਅਦ ਆਪਾਂ ਉਹਦੇ ਛੋਟੇ ਪਾਰਟਸ ਹੈ ਜਿਹੜੇ ਉਹਨਾਂ 'ਤੇ ਜਾਂਦੇ ਹਾਂ। ਜਿਵੇਂ ਆਪਾਂ ਬਾਡੀ ਦੀ ਗੱਲ ਕਰੀਏ, ਹਿਊਮਨ ਬਾਡੀ, ਪਹਿਲਾਂ ਆਪਾਂ ਨੂੰ ਬਾਡੀ ਦਾ ਪਤਾ ਹੋਊਗਾ ਕਿ ਆਪਾਂ ਪੂਰੀ ਬਾਡੀ ਦੀ ਇੰਟਰੋਡਕਸ਼ਨ ਕਰਵਾਵਾਂਗੇ ਕਿ ਇਹ ਹਿਊਮਨ ਬਾਡੀ ਹੈ। ਉਸ ਤੋਂ ਬਾਅਦ ਆਪਾਂ ਉਹਦੇ ਪਾਰਟਸ, ਇੰਟਰਨਲ ਪਾਰਟਸ ਜਾਂ ਜੋ ਵੀ ਹੈ ਸਾਰਾ ਕੁਛ ਆਪਾਂ ਦੱਸਾਂਗੇ ਕਿ ਇਹ ਹਾਰਟ ਹੈ, ਇਹ ਰੈਸਪੀਰੇਟਰੀ ਸਿਸਟਮ ਹੈ, ਲੀਵਰ ਹੈ, ਇਹ ਤਾਂ ਉਹਨਾਂ ਦੀ ਨੈਕਸਟ ਆਪਾਂ ਹੌਲੀ ਉਹਦੀ ਐਕਸਪਲੇਨੇਸ਼ਨ ਫੰਕਸ਼ਨਸ ਵਗੈਰਾ ਕਰਵਾ ਸਕਦੇ ਹਾਂ। ਨੈਕਸਟ ਹੈ ਆਪਣੇ ਕੋਲੇ ਸਾਈਕੋਲੋਜੀਕਲ ਟੂ ਲੌਜੀਕਲ। ਸਾਈਕੋਲੋਜੀਕਲ ਮਤਲਬ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ, ਉਹਨਾਂ ਦੀ ਮਤਲਬ ਸਾਈਕੋਲੋਜੀ ਦੇ ਅਕੋਰਡਿੰਗ, ਉਹਨਾਂ ਦੇ ਮਾਈਂਡ ਦੇ ਅਕੋਰਡਿੰਗ। ਉਸ ਤੋਂ ਬਾਅਦ ਲੌਜਿਕ ਵੱਲ ਲੈ ਕੇ ਜਾਣਾ। ਸਾਈਕੋਲੋਜੀਕਲ ਤੋਂ ਆਪਾਂ ਉਹਨਾਂ ਨੂੰ ਲੌਜਿਕ ਵੱਲ, ਲੌਜਿਕ ਵੱਲ ਆਪਾਂ ਕਿਵੇਂ ਜਾ ਸਕਦੇ ਹਾਂ, ਇੱਕ ਸੀਕੁਐਂਸ ਦੇ ਥਰੂ, ਹੌਲੀ ਆਪਾਂ ਆਰਗੇਨਾਈਜੇਸ਼ਨ ਦੇ ਥਰੂ ਆਪਾਂ ਉਹਨਾਂ ਨੂੰ ਲੌਜਿਕ ਵੱਲ ਲਿਜਾ ਸਕਦੇ ਹਾਂ। ਐਕਚੁਅਲ ਟੂ ਰੀਪ੍ਰਜੈਂਟੇਟਿਵ, ਐਕਚੁਅਲ ਹੁੰਦਾ ਅਸਲੀਅਤ ਦੇ ਵਿੱਚ ਜੋ ਆਪਾਂ ਨੂੰ ਦਿਖ ਰਿਹਾ, ਰੀਪ੍ਰਜੈਂਟੇਟਿਵ ਮਤਲਬ ਇਮੈਜਨਰੀ ਜਾਂ ਰੀਪ੍ਰਜੈਂਟ ਕਰਦੇ ਜਿਹੜੀ ਚੀਜ਼ ਉਸ ਚੀਜ਼ ਨੂੰ। ਐਕਚੁਅਲ ਤੋਂ ਰੀਪ੍ਰਜੈਂਟੇਟਿਵ ਵੱਲ ਜਾਣਾ, ਜਿਵੇਂ ਨੈਚੁਰਲ ਚੀਜ਼ਾਂ ਦਿਖਾ ਕੇ ਆਪਾਂ ਐਕਚੁਅਲ ਚੀਜ਼ਾਂ ਦਿਖਾ ਕੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਆਰਟੀਫਿਸ਼ੀਅਲ ਜਾਂ ਰੀਪ੍ਰਜੈਂਟੇਟਿਵ ਚੀਜ਼ਾਂ ਵੱਲ ਦੱਸ ਸਕਦੇ ਹਾਂ। ਨੈਕਸਟ ਹੈਗਾ ਆਪਣੇ ਕੋਲ ਡੈਫੀਨੇਟ ਟੂ ਇਨਡੈਫੀਨੇਟ। ਡੈਫੀਨੇਟ ਉਹੀ ਪਾਰਟੀਕੂਲਰ ਹੋ ਗਿਆ, ਡੈਫੀਨੇਟ ਹੋ ਗਿਆ ਜਾਂ ਐਕਚੁਅਲ ਹੋ ਗਿਆ, ਉਹੀ ਚੀਜ਼ ਹੈ ਡੈਫੀਨੇਟ, ਕਿ ਇੱਕ ਡੈਫੀਨੇਟ ਚੀਜ਼ ਵੱਲੋਂ ਆਪਾਂ ਇਨਡੈਫੀਨੇਟ ਵੱਲ ਨੂੰ ਮੂਵ ਕਰਦੇ ਹਾਂ। ਇਨਡੈਫੀਨੇਟ ਚੀਜ਼ਾਂ ਵੱਲ ਈਜ਼ੀ ਜਾਇਆ ਜਾ ਸਕਦਾ ਜਦੋਂ ਆਪਾਂ ਨੂੰ ਡੈਫੀਨੇਟ ਚੀਜ਼ਾਂ ਦਾ ਪਤਾ ਹੋਵੇ। ਨੈਕਸਟ ਹੈ ਆਪਣੇ ਕੋਲ ਇੰਡਕਸ਼ਨ ਟੂ ਡਿਡਕਸ਼ਨ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇੰਡਕਸ਼ਨ ਡਿਡਕਸ਼ਨ ਮੈਥਡ। ਇੰਡਕਸ਼ਨ ਹੁੰਦਾ ਕਿ ਪਹਿਲਾਂ ਆਪਾਂ ਐਗਜ਼ਾਮਪਲ ਦੱਸੀ, ਉਸ ਤੋਂ ਬਾਅਦ ਆਪਾਂ ਫਾਰਮੂਲਾ ਦੱਸਿਆ। ਬਟ ਡਿਡਕਸ਼ਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਪਹਿਲਾਂ ਫਾਰਮੂਲਾ ਦੱਸਿਆ, ਉਸ ਤੋਂ ਬਾਅਦ ਆਪਾਂ ਉਹਦੀਆਂ ਐਗਜ਼ਾਮਪਲਸ ਜਿਹੜੀਆਂ ਉਹ ਕਰਾਂਗੇ। ਤਾਂ ਇਸ ਤਰ੍ਹਾਂ ਇੰਡਕਸ਼ਨ ਟੂ ਡਿਡਕਸ਼ਨ ਵੱਲ ਆਪਾਂ ਜਾ ਸਕਦੇ ਹਾਂ ਕਿ ਪਹਿਲਾਂ ਆਪਾਂ ਇੰਡਕਸ਼ਨ ਮੈਥਡ ਦੇ ਥਰੂ, ਉਸ ਤੋਂ ਬਾਅਦ ਆਪਾਂ ਡਿਡਕਸ਼ਨ ਦੇ ਥਰੂ ਕਰਵਾ ਸਕਦੇ ਹਾਂ। ਨੈਕਸਟ ਹੈ ਐਮਪੀਰੀਕਲ ਟੂ ਰੈਸ਼ਨਲ। ਐਮਪੀਰੀਕਲ ਹੁੰਦਾ ਜਿਹੜਾ ਐਕਸਪੈਰੀਮੈਂਟ ਦੇ ਥਰੂ ਆਪਾਂ ਜਾਣੀ ਦੀ ਓਬਜ਼ਰਵੇਸ਼ਨ ਦੇ ਥਰੂ ਆਪ ਕਰਕੇ ਚੀਜ਼ ਨੂੰ ਸਿੱਖਿਆ ਹੋਵੇ। ਐਮਪੀਰੀਕਲ ਟੂ ਰੈਸ਼ਨਲ, ਰੈਸ਼ਨਲ ਮੀਨਸ ਕਿ ਜੋ ਆਪਾਂ ਕਰਕੇ ਨਹੀਂ, ਜਸਟ ਮਤਲਬ ਕਿ ਸੁਣ ਕੇ ਜਾਂ ਇਸ ਤਰ੍ਹਾਂ। ਰੈਸ਼ਨਲ ਚੀਜ਼ਾਂ ਐਬਸਟਰੈਕਟ ਚੀਜ਼ਾਂ ਉਹੀ ਚੀਜ਼ਾਂ ਹੋ ਜਾਂਦੀਆਂ ਨੇ ਕਿ ਐਮਪੀਰੀਕਲ ਟੂ ਰੈਸ਼ਨਲ ਵੱਲ ਆਪਾਂ ਨੂੰ ਮੂਵ ਕਰਨਾ ਚਾਹੀਦਾ। ਤਾਂ ਇਹ ਹੋ ਗਿਆ ਆਪਣੇ ਕੋਲੇ ਮੈਗਜ਼ੀਮਸ ਆਫ ਟੀਚਿੰਗ। ਨੈਕਸਟ ਆਪਣੇ ਕੋਲੇ ਫੈਕਟਰਸ ਅਫੈਕਟਿੰਗ ਟੀਚਿੰਗ ਰਿਲੇਟਡ ਟੂ ਲਰਨਿੰਗ ਐਨਵਾਇਰਨਮੈਂਟ। ਵੈਸੇ ਤਾਂ ਆਪਾਂ ਲਰਨਿੰਗ ਐਨਵਾਇਰਨਮੈਂਟ ਪੋਜ਼ਿਟਿਵ ਹੋਣਾ ਚਾਹੀਦਾ, ਇਹ ਸਾਰੀਆਂ ਚੀਜ਼ਾਂ ਕਰ ਚੁੱਕੇ ਹਾਂ। ਬਟ ਮੇਨ ਜਿਹੜੇ ਫੈਕਟਰਸ ਨੇ ਦੋ ਉਹ ਹੈਗੇ ਨੇ ਆਪਣੇ ਕੋਲੇ ਫਿਜ਼ੀਕਲ ਅਤੇ ਸਾਈਕੋਲੋਜੀਕਲ ਫੈਕਟਰਸ। ਫਿਜ਼ੀਕਲ ਫੈਕਟਰਸ ਦੇ ਵਿੱਚ ਉਹੀ ਆਪਣਾ ਮਤਲਬ ਕਿ ਇਨਫਰਾਸਟਰਕਚਰ ਕਿਵੇਂ ਦਾ ਹੋਣਾ, ਇਕਨੋਮਿਕ ਫੈਕਟਰਸ ਹੋ ਗਏ, ਇਸ ਤਰ੍ਹਾਂ ਦੀਆਂ ਚੀਜ਼ਾਂ। ਇਨਫਰਾਸਟਰਕਚਰ ਆਲੇ ਦੁਆਲੇ ਦਾ ਮਾਹੌਲ, ਐਨਵਾਇਰਨਮੈਂਟ ਕੰਫਰਟੇਬਲ, ਇਹ ਸਾਰੀਆਂ ਚੀਜ਼ਾਂ, ਸਿਟਿੰਗ ਅਰੇਂਜਮੈਂਟ, ਇਹ ਸਾਰੀਆਂ ਚੀਜ਼ਾਂ ਫਿਜ਼ੀਕਲ ਦੇ ਵਿੱਚ ਆ ਜਾਂਦੀਆਂ ਨੇ। ਸਾਈਕੋਲੋਜੀਕਲ ਦੇ ਵਿੱਚ ਆਪਣੇ ਕੋਲੇ ਮਾਈਂਡ ਨਾਲ ਰਿਲੇਟਡ ਜੋ ਵੀ ਆਪਣਾ ਮੈਂਟਲ ਪੀਸ, ਮੈਂਟਲ ਹੈਲਥ, ਇਹ ਚੀਜ਼ਾਂ ਆਪਣੇ ਕੋਲੇ ਸਾਈਕੋਲੋਜੀਕਲ ਐਨਵਾਇਰਨਮੈਂਟ ਦੇ ਵਿੱਚ ਆ ਜਾਂਦੀਆਂ ਨੇ। ਤਾਂ ਲਰਨਿੰਗ ਐਨਵਾਇਰਨਮੈਂਟ ਹੈ ਜਿਹੜਾ ਉਹ ਪੋਜ਼ੀਟਿਵ ਕਿਵੇਂ ਹੋ ਸਕਦਾ, ਜਦੋਂ ਆਪਣੇ ਕੋਲੇ ਫਿਜ਼ੀਕਲ ਅਤੇ ਸਾਈਕੋਲੋਜੀਕਲੀ ਜਿਹੜਾ ਐਨਵਾਇਰਨਮੈਂਟ ਆ ਉਹ ਪੋਜ਼ੀਟਿਵ ਹੋਊਗਾ। ਨੈਕਸਟ ਹੈ ਆਪਣੇ ਕੋਲੇ ਮੈਥਡਸ ਆਫ ਟੀਚਿੰਗ ਇਨ ਦ ਇੰਸਟੀਟਿਊਸ਼ਨਸ ਆਫ ਹਾਇਰ ਲਰਨਿੰਗ। ਇਹਦੇ ਵਿੱਚ ਆ ਜਾਂਦਾ ਆਪਣੇ ਕੋਲੇ ਤਾਂ ਟੀਚਿੰਗ ਦੇ ਜਿਹੜੇ ਮੈਥਡਸ ਨੇ ਉਹ ਹਾਇਰ ਲਰਨਿੰਗ ਇੰਸਟੀਟਿਊਸ਼ਨਸ ਦੇ ਵਿੱਚ ਕੁਝ ਡਿਫਰੈਂਟ ਹੁੰਦੇ ਨੇ। ਜਿਵੇਂ ਛੋਟੇ ਬੱਚਿਆਂ ਲਈ ਅਲੱਗ ਹੁੰਦੇ ਨੇ, ਕਿਉਂਕਿ ਛੋਟੇ ਬੱਚਿਆਂ ਲਈ ਆਪਾਂ ਜਿਹੜੇ ਜ਼ਿਆਦਾਤਰ ਟੀਚਿੰਗ ਮੈਥਡ ਯੂਜ਼ ਕਰਦੇ ਹਾਂ ਉਹ ਸਟੂਡੈਂਟ ਸੈਂਟਰਡ ਮੈਥਡਸ ਹੋਣੇ ਚਾਹੀਦੇ ਨੇ, ਜਿਵੇਂ ਐਕਟੀਵਿਟੀ ਵਗੈਰਾ। ਬਟ ਹਾਇਰ ਲਰਨਿੰਗ ਇੰਸਟੀਟਿਊਸ਼ਨਸ ਦੇ ਵਿੱਚ ਜ਼ਿਆਦਾਤਰ ਟੀਚਰ ਸੈਂਟਰਡ ਮੈਥਡ ਯੂਜ਼ ਹੁੰਦੇ ਨੇ, ਜਿਹਦੇ ਵਿੱਚ ਲੈਕਚਰ ਮੈਥਡ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ। ਟਰਡੀਸ਼ਨਲ ਮੈਥਡ ਹੈ ਇਹ। ਲੈਕਚਰ ਮੈਥਡ ਦੇ ਵਿੱਚ ਕੀ ਹੁੰਦਾ ਕਿ ਬੱਚੇ ਮਤਲਬ ਸਿਰਫ ਲਿਸਨ ਕਰਦੇ ਨੇ, ਪੈਸਿਵ ਲਰਨਰਸ ਹੁੰਦੇ ਨੇ। ਟੀਚਰ ਹੈ ਜਿਹੜਾ ਉਹ ਆਪਦਾ ਕੰਟੈਂਟ ਹੈ ਜੋ ਉਹ ਬੋਲ ਕੇ ਆਪਣਾ ਡਿਲੀਵਰ ਕਰਦਾ। ਓਲਡੈਸਟ ਮੈਥਡ ਹੈ ਟੀਚਿੰਗ ਦਾ ਜਿਹੜਾ ਲੈਕਚਰ ਮੈਥਡ ਹੈ। ਜਾਂ ਸਮਟਾਈਮਸ ਬੱਚੇ ਦੇ ਵਿੱਚੋਂ
ਥੋੜ੍ਹੇ ਬਹੁਤੇ ਨੋਟਸ ਵਗੈਰਾ ਬਣਾ ਲੈਂਦੇ ਨੇ ਜਦੋਂ ਟੀਚਰ ਬੋਲ ਰਿਹਾ ਹੁੰਦਾ, ਲੈਕਚਰ ਦੇ ਰਿਹਾ ਹੁੰਦਾ। ਨੈਕਸਟ ਆਪਣੇ ਕੋਲ ਲੈਕਚਰ ਕਮ ਡੈਮੋਸਟ੍ਰੇਸ਼ਨ। ਲੈਕਚਰ ਕਮ ਡੈਮੋਸਟ੍ਰੇਸ਼ਨ ਦੇ ਵਿੱਚ ਕਿ ਕੋਈ ਚੀਜ਼ ਆਪਾਂ ਲੈਕਚਰ ਦੇ ਥਰੂ ਦੱਸ ਵੀ ਦਿੱਤੀ, ਨਾਲ ਆਪਾਂ ਉਹਨੂੰ ਡੈਮੋਸਟ੍ਰੇਟ ਵੀ ਕੀਤਾ, ਦਿਖਾਇਆ ਵੀ, ਦਿਖਾ ਕੇ ਨਾਲ ਲੈਕਚਰ ਦੇਣਾ। ਬਾਇਓਗ੍ਰਾਫੀਕਲ ਮੈਥਡ, ਬਾਇਓਗ੍ਰਾਫੀ ਹੁੰਦੀ ਹੈ ਕਿਸੇ ਦੀ, ਆਪਾਂ ਜਿਵੇਂ ਜੀਵਨੀ ਪੜ੍ਹਨੀ, ਬਾਇਓਗ੍ਰਾਫੀਕਲ ਮੈਥਡ ਵੀ ਹਾਇਰ ਲਰਨਿੰਗ ਦੇ ਵਿੱਚ ਯੂਜ਼ ਕੀਤਾ ਜਾਂਦਾ। ਹਿਸਟੋਰੀਕਲ ਮੈਥਡ, ਕੋਈ ਹਿਸਟੋਰੀਕਲ ਇਵੈਂਟਸ ਵਗੈਰਾ ਹਿਸਟਰੀ ਦੇ ਜੋ ਵੀ ਆਪਾਂ ਕਰਵਾਉਣੇ ਹੋਣ ਤਾਂ ਉਹ ਹਿਸਟੋਰੀਕਲ ਮੈਥਡ, ਜਾਂ ਉਹਦੇ ਵਿੱਚ ਆਪਾਂ ਵਿਜ਼ਿਟ ਕਰਵਾ ਸਕਦੇ ਹਾਂ ਕਿਸੇ ਜਗ੍ਹਾ ਦੀ, ਤਾਂ ਇਹ ਚੀਜ਼ਾਂ ਨੇ ਜੋ ਹਿਸਟੋਰੀਕਲ ਮੈਥਡ ਦੇ ਵਿੱਚ ਆ ਜਾਂਦੀਆਂ ਨੇ। ਕੁਐਸਚਨ ਆਨਸਰ ਮੈਥਡ, ਕੁਐਸਚਨ ਆਨਸਰ ਮੈਥਡ ਸਿੰਪਲੀ ਕਿ ਆਪਾਂ ਕੁਐਸਚਨ ਕੀਤਾ, ਬੱਚੇ ਆਨਸਰ ਕਰਨਗੇ, ਰਿਸਪੌਂਸ ਕਰਨਗੇ। ਟੀਮ ਟੀਚਿੰਗ, ਟੀਮ ਟੀਚਿੰਗ ਵੀ ਕਾਫੀ ਜ਼ਿਆਦਾ ਹੁਣ ਫੇਮਸ ਹੋ ਰਿਹਾ ਹੈਗਾ ਕਿ ਜਿਵੇਂ ਇੱਕ ਹੀ ਸਬਜੈਕਟ ਨੂੰ ਜਾਂ ਇੱਕ ਹੀ ਕੰਟੈਂਟ ਨੂੰ, ਇੱਕ ਹੀ ਲੈਸਨ ਨੂੰ ਟੀਚਰ ਜਿਹੜੇ ਟੀਮ ਦੇ ਵਿੱਚ 2-3 ਟੀਚਰਸ ਮਿਲ ਕੇ ਪੜ੍ਹਾਉਂਦੇ ਨੇ, ਤਾਂ ਉਹਦੇ ਵਿੱਚ 2-3 ਟੀਚਰਸ ਦੀਆਂ ਜਿਹੜੀਆਂ ਮਤਲਬ ਅਲੱਗ-ਅਲੱਗ ਸਕਿੱਲਸ ਜਾਂ ਉਸ ਤਰ੍ਹਾਂ ਦੇ ਮਤਲਬ ਉਹਨਾਂ ਦੇ ਐਫਰਟਸ ਹੈ ਉਹ ਲੱਗਦੇ ਨੇ, ਤਾਂ ਉਹਦੇ ਨਾਲ ਲੈਕਚਰ ਹੈ ਜਿਹੜਾ ਜਾਂ ਲੈਸਨ ਹੈ ਉਹ ਇੰਟਰਸਟਿੰਗ ਹੋ ਜਾਂਦਾ। ਟੀਮ ਟੀਚਿੰਗ ਵੀ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਫੇਮਸ ਹੋ ਰਹੀ ਆ। ਹਾਇਰ ਲਰਨਿੰਗ ਦੇ ਵਿੱਚ ਜਿਵੇਂ B.Ed ਦੇ ਵਿੱਚ ਜਾਂ ਐਜੂਕੇਸ਼ਨ ਕਾਲਜਿਸ ਦੇ ਵਿੱਚ ਇਹ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਮਾਈਕਰੋ ਟੀਚਿੰਗ। ਜਦੋਂ ਆਪਾਂ ਬੱਚਿਆਂ ਨੂੰ ਟੀਚਿੰਗ ਕਰਨੀ ਸਿਖਾਉਂਦੇ ਹਾਂ ਤਾਂ ਆਪਾਂ ਉਹ ਮਾਈਕਰੋ ਟੀਚਿੰਗ ਦੇ ਥਰੂ ਸਿਖਾਉਂਦੇ ਹਾਂ। ਮਾਈਕਰੋ ਟੀਚਿੰਗ ਇੱਕ ਸਕਿੱਲ ਹੈ, ਉਹਦੇ ਵਿੱਚ ਆਪਾਂ ਵੱਖੋ ਵੱਖਰੀਆਂ ਸਕਿੱਲਸ ਨੇ ਜਿਹੜੀਆਂ ਟੀਚਿੰਗ ਦੀਆਂ ਉਹ ਸਾਰੀਆਂ ਸਿਖਾਉਂਦੇ ਹਾਂ। ਮਾਈਕਰੋ ਮਤਲਬ ਛੋਟੇ ਲੈਵਲ 'ਤੇ ਆਪਾਂ ਟੀਚਿੰਗ, ਛੋਟੀ ਜਿਹੀ ਕਲਾਸ ਥੋੜ੍ਹੇ ਜਿਹੇ ਟਾਈਮ ਲਈ, ਜਿਵੇਂ ਆਪਣੀ ਪ੍ਰੋਪਰ ਕਲਾਸ ਤਾਂ 40 ਮਿੰਟਸ ਦੀ ਹੁੰਦੀ ਹੈ, ਤਾਂ ਉਹਦੇ ਵਿੱਚ ਸਿਰਫ ਆਪਾਂ 5 ਤੋਂ 7 ਮਿੰਟ ਦੀ 10 ਮਿੰਟ ਤੱਕ ਦੀ ਕਲਾਸ ਰੱਖ ਸਕਦੇ ਹਾਂ। ਉਸ ਤੋਂ ਬਿਨਾਂ ਜਿਵੇਂ ਆਪਣੇ ਕੋਲੇ ਐਕਚੁਅਲ ਜਿਹੜਾ ਕਲਾਸ ਹੈ ਉਹਦੇ ਵਿੱਚ 30 to 35 ਸਟੂਡੈਂਟਸ ਹੋ ਸਕਦੇ, ਉਹਦੇ ਵਿੱਚ ਆਪਾਂ 5 ਤੋਂ 7 ਸਟੂਡੈਂਟਸ ਨੂੰ ਬਿਠਾ ਕੇ ਮਾਈਕਰੋ ਮਤਲਬ ਕਿ ਹਰ ਇੱਕ ਚੀਜ਼ ਨੂੰ ਛੋਟਾ ਕਰ ਦੇਣਾ, ਕਲਾਸ ਵੀ ਛੋਟੀ ਹੋ ਜਾਂਦੀ ਹੈ, ਲੈਕਚਰ ਦਾ ਟਾਈਮ ਵੀ ਘੱਟ ਹੋ ਜਾਂਦਾ, ਅਤੇ ਲੈਸਨ ਵੀ ਜਿਹੜਾ ਆਪਾਂ ਜੋ ਡਿਲੀਵਰ ਕਰਨਾ ਉਹ ਵੀ ਸਿਰਫ ਆਪਾਂ ਇੱਕ ਕੰਟੈਂਟ ਥੋੜ੍ਹਾ ਜਿਹਾ 5-7 ਮਿੰਟ ਦੇ ਲਈ ਇੱਕ ਹੀ ਸਕਿੱਲ ਦੇ ਉੱਪਰ, ਜੇ ਕੁਐਸਚਨ ਆਨਸਰ ਦੀ ਸਕਿੱਲਸ ਕਰ ਰਹੇ ਹਾਂ ਤਾਂ ਉਹ, ਜੇ ਆਪਾਂ ਰੀਇਨਫੋਰਸਮੈਂਟ ਸਕਿੱਲਸ ਕਰ ਰਹੇ ਹਾਂ ਤਾਂ ਉਹਦੇ ਨਾਲ ਰਿਲੇਟਡ ਹੋਊਗੀ। ਤਾਂ ਇਸ ਤਰ੍ਹਾਂ ਮਤਲਬ ਆਪਾਂ ਅਲੱਗ-ਅਲੱਗ ਜਿਹੜੀਆਂ ਸਕਿੱਲਸ ਆ ਉਹ ਮਾਈਕਰੋ ਟੀਚਿੰਗ ਦੇ ਥਰੂ ਸਿਖਾਉਂਦੇ ਹਾਂ। ਮਾਈਕਰੋ ਟੀਚਿੰਗ ਵਿੱਚ ਕੀ ਹੁੰਦਾ, ਪਹਿਲਾਂ ਆਪਾਂ ਪਲਾਨ ਕਰਦੇ ਹਾਂ, ਇਹ ਸਾਈਕਲ ਹੈ ਜਿਹੜਾ ਉਹ ਯਾਦ ਰੱਖਣਾ, ਪਲਾਨ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਟੀਚ ਕਰਦੇ ਹਾਂ, ਜੋ ਵੀ ਆਪਾਂ ਪਲਾਨ ਕੀਤਾ ਹੁੰਦਾ ਕਿ ਕੀ ਆਪਾਂ ਪੜ੍ਹਾਉਣਾ ਹੈ ਉਹਨੂੰ ਟੀਚ ਕਰਦੇ ਹਾਂ 5 ਤੋਂ 7 ਮਿੰਟ ਦੇ ਲਈ ਮਾਈਕਰੋ ਕਲਾਸ ਦੇ ਵਿੱਚ। ਉਸ ਤੋਂ ਬਾਅਦ ਫੀਡਬੈਕ, ਜਿਹੜੇ ਬੱਚੇ ਆਪਾਂ ਕਲਾਸਰੂਮ ਦੇ ਵਿੱਚ ਬਿਠਾਏ ਨੇ ਜਾਂ ਤਾਂ ਆਪਾਂ ਉਹਨਾਂ ਤੋਂ ਫੀਡਬੈਕ ਲੈਂਦੇ ਹਾਂ, ਜਾਂ ਫਿਰ ਜਿਹੜਾ ਟੀਚਰ ਓਬਜ਼ਰਵ ਕਰ ਰਿਹਾ ਹੁੰਦਾ ਉਹ ਫੀਡਬੈਕ ਦਿੰਦਾ, ਉਹਦੀ ਫੀਡਬੈਕ ਦੇ ਅਕੋਰਡਿੰਗ ਲੈਸਨ ਦੇ ਵਿੱਚ ਜੋ ਵੀ ਕਮੀਆਂ ਹੋਈਆਂ ਤਾਂ ਉਹ ਦੂਰ ਕੀਤੀਆਂ ਜਾਂਦੀਆਂ, ਤਾਂ ਰੀਪਲਾਨ ਕੀਤਾ ਜਾਂਦਾ, ਰੀਪਲਾਨ ਕਰਕੇ ਉਹ ਕਮੀਆਂ ਦੂਰ ਕੀਤੀਆਂ ਜਾਂਦੀਆਂ। ਫਿਰ ਰੀਟੀਚ ਕੀਤਾ ਜਾਂਦਾ, ਦੁਬਾਰਾ ਤੋਂ ਟੀਚ ਕਰਕੇ ਉਸੇ ਤਰ੍ਹਾਂ ਹੀ ਉਸੇ ਕਲਾਸ ਦੇ ਵਿੱਚ ਜਾਂ ਕਲਾਸਰੂਮ ਦੇ ਵਿੱਚ ਮਤਲਬ ਮਾਈਕਰੋ ਕਲਾਸ ਦੇ ਵਿੱਚ ਹੀ ਰੀਟੀਚ ਕੀਤਾ ਜਾਂਦਾ। ਰੀਟੀਚ ਤੋਂ ਬਾਅਦ ਫਿਰ ਤੋਂ ਰੀਫੀਡਬੈਕ, ਕਿ ਦੁਬਾਰਾ ਫੀਡਬੈਕ ਮਿਲਦੀ ਹੈ, ਜੇ ਆਪਣਾ ਓਬਜੈਕਟਿਵ ਅਚੀਵ ਹੋ ਗਿਆ ਮੀਨਸ ਜਿਹੜਾ ਲਰਨਰ ਹੈ ਜੋ ਸਿੱਖ ਰਿਹਾ ਉਹਨੇ ਪ੍ਰੋਪਰਲੀ ਉਹ ਸਕਿੱਲ ਸਿੱਖ ਲਈ ਤਾਂ ਉਹ ਓਕੇ ਹੋ ਜਾਂਦਾ, ਨਹੀਂ ਤਾਂ ਫਿਰ ਇਹੀ ਸਾਈਕਲ ਚੱਲਦਾ ਰਹਿੰਦਾ, ਪਲਾਨ, ਟੀਚ, ਫੀਡਬੈਕ, ਰੀਪਲਾਨ, ਰੀਟੀਚ, ਰੀਫੀਡਬੈਕ। ਤਾਂ ਇਹ ਸਾਈਕਲ ਹੁੰਦਾ ਪ੍ਰੋਪਰਲੀ ਆਪਣਾ। ਇਹ ਸਾਈਕਲ, ਇਹਦੇ ਵਿੱਚ ਆਪਾਂ ਨੂੰ ਸਾਈਕਲ ਕੰਪਲੀਟ ਕਰਨਾ ਵੀ ਆ ਸਕਦਾ ਐਗਜ਼ਾਮ ਦੇ ਵਿੱਚ, ਜਾਂ ਸੀਕੁਐਂਸ ਦੇ ਵਿੱਚ ਲਿਖਣਾ ਵੀ ਆ ਸਕਦਾ ਕਿ ਆਪਾਂ ਨੂੰ ਪਲਾਨ, ਟੀਚ, ਫੀਡਬੈਕ ਇਹ ਸਾਰੇ ਜਿਹੜੇ ਦਿੱਤੇ ਹੋਣਗੇ ਆਪਾਂ ਇਹਨਾਂ ਨੂੰ ਇੱਕ ਆਰਡਰ ਦੇ ਵਿੱਚ ਲਿਖਣਾ ਹੋਊਗਾ। ਤਾਂ ਇਸ ਤਰ੍ਹਾਂ ਦਾ ਮਤਲਬ ਇਹਦੇ ਤੋਂ ਕੁਐਸਚਨ ਹੈ ਜਿਹੜਾ ਉਹ ਬਣ ਸਕਦਾ। ਨੈਕਸਟ ਆਪਣੇ ਕੋਲੇ ਲਰਨਰ ਸੈਂਟਰਡ ਮੈਥਡਸ, ਪਹਿਲਾਂ ਆਪਾਂ ਟੀਚਰ ਸੈਂਟਰਡ ਮੈਥਡ ਕਰ ਚੁੱਕੇ ਹਾਂ ਜਿਵੇਂ ਕਿ ਲੈਕਚਰ ਮੈਥਡ ਵਗੈਰਾ, ਇਹਨਾਂ ਦੀਆਂ ਕੁਛ ਲਿਮਿਟੇਸ਼ਨਸ ਵੀ ਨੇ, ਬਟ ਹਾਇਰ ਲਰਨਿੰਗ ਦੇ ਵਿੱਚ ਹਾਇਰ ਲਰਨਿੰਗ ਇੰਸਟੀਟਿਊਸ਼ਨਸ ਦੇ ਵਿੱਚ ਟੀਚਰ ਸੈਂਟਰਡ ਮੈਥਡਸ ਹੈ ਜਿਹੜੇ ਉਹ ਪ੍ਰੈਫਰ ਕੀਤੇ ਜਾਂਦੇ ਆ। ਬਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਛੋਟੇ ਬੱਚਿਆਂ ਲਈ ਆਪਾਂ ਲਰਨਰ ਸੈਂਟਰਡ ਮੈਥਡਸ ਹੈ ਜਿਹੜੇ ਉਹ ਯੂਜ਼ ਕਰਦੇ ਹਾਂ। ਲਰਨਰ ਸੈਂਟਰਡ ਮੈਥਡਸ ਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਆਪਣੇ ਕੋਲ ਆ ਗਿਆ ਲੈਬੋਰਟਰੀ ਮੈਥਡ। ਹਾਂਜੀ, ਲੈਬੋਰਟਰੀ ਮੈਥਡ ਦੇ ਵਿੱਚ ਕੀ ਹੁੰਦਾ ਕਿ ਬੱਚੇ ਆਪਣੇ ਮਤਲਬ ਕਿ ਐਕਸਪੈਰੀਮੈਂਟ ਕਰਦੇ ਨੇ ਖੁਦ ਲੈਬੋਰਟਰੀ ਦੇ ਵਿੱਚ, ਜਿਵੇਂ ਉਹਨਾਂ ਕੋਲ ਕੋਈ ਓਰੀਜਨਲ ਜਾਂ ਰॉ ਡਾਟਾ ਹੁੰਦਾ ਜਾਂ ਕੋਈ ਸੋਲਿਊਸ਼ਨਸ ਵਗੈਰਾ ਹੁੰਦੇ ਨੇ, ਜਾਂ ਉਸ ਚੀਜ਼ਾਂ ਦੇ ਨਾਲ ਉਹ ਡੀਲ ਕਰਦੇ ਨੇ, ਖੁਦ ਕਰਕੇ ਦੇਖਦੇ ਨੇ, ਮਤਲਬ ਆਪ ਐਕਸਪੈਰੀਮੈਂਟ ਲੈਬੋਰਟਰੀ ਦੇ ਵਿੱਚ, ਐਕਟੀਵਿਟੀ ਵਿਦ ਹੈਂਡਸ। ਤਾਂ ਇਹਦੇ ਵਿੱਚ
ਬੇਸਿਕਲੀ ਸਮੋਲ ਗਰੁੱਪਸ ਦੇ ਵਿੱਚ ਆਪਾਂ ਇਹ ਐਕਟੀਵਿਟੀ ਕਰਵਾਉਂਦੇ ਹਾਂ ਕਿ 4-5 ਬੱਚਿਆਂ ਦਾ ਆਪਾਂ ਗਰੁੱਪ ਬਣਾ ਦਿੰਦੇ ਹਾਂ, ਉਹਦੇ ਵਿੱਚ ਉਹ ਆਪਣੇ ਐਕਸਪੈਰੀਮੈਂਟਸ ਕਰਦੇ ਨੇ। ਤਾਂ ਇਹਦੇ ਨਾਲ ਕੀ ਹੁੰਦਾ ਕਿ ਉਹਨਾਂ ਨੂੰ ਫਸਟ ਹੈਂਡ ਐਕਸਪੀਰੀਅੰਸ ਹੋ ਜਾਂਦਾ, ਜੋ ਵੀ ਉਹ ਕੰਮ ਕਰਦੇ ਨੇ ਖੁਦ ਕਰਕੇ ਦੇਖਿਆ ਹੱਥ ਦੇ ਨਾਲ। ਤਾਂ ਇਹ ਇਸ ਤਰ੍ਹਾਂ ਦੀ ਜਿਹੜੀ ਆਪਾਂ ਨੌਲੇਜ ਹੈ ਉਹ ਆਪਣੇ ਕੋਲੇ ਲੌਂਗ ਲਾਸਟਿੰਗ ਵੀ ਹੁੰਦੀ ਹੈ, ਅਤੇ ਖੁਦ ਆਪਾਂ ਐਕਸਪੀਰੀਅੰਸ ਕਰਕੇ ਮਤਲਬ ਕਿ ਖੁਦ ਆਪਾਂ ਉਸ ਚੀਜ਼ ਨੂੰ ਕਰਕੇ ਸਿੱਖਿਆ ਹੁੰਦਾ, ਤਾਂ ਆਪਾਂ ਨੂੰ ਉਸ ਰਿਜ਼ਲਟਸ ਜਿਹੜੇ ਪ੍ਰੋਬਲਮ ਦੇ ਸੋਲਿਊਸ਼ਨ ਹੈ ਜਿਹੜੇ ਉਹ ਪਰਮਾਨੈਂਟਲੀ ਆਪਾਂ ਨੂੰ ਯਾਦ ਰਹਿੰਦੇ ਨੇ, ਫੈਕਟਸ ਵਗੈਰਾ ਯਾਦ ਰੱਖਣੇ ਉਹ ਈਜ਼ੀ ਹੋ ਜਾਂਦੇ ਨੇ। ਨੈਕਸਟ ਆਪਣੇ ਕੋਲੇ ਪ੍ਰੋਜੈਕਟ ਮੈਥਡ। ਪ੍ਰੋਜੈਕਟ ਮੈਥਡ ਦੇ ਵਿੱਚ ਕਿ ਇੱਕ ਜਿਵੇਂ ਆਪਾਂ ਪ੍ਰੋਜੈਕਟ ਦੇ ਦਿੱਤਾ ਬੱਚਿਆਂ ਨੂੰ, ਉਹ ਆਪਾਂ ਗਰੁੱਪ ਦੇ ਵਿੱਚ ਵੀ ਦੇ ਸਕਦੇ ਹਾਂ, ਸਮੋਲ ਗਰੁੱਪ ਜਿਵੇਂ 3-4 ਬੱਚਿਆਂ ਨੂੰ ਕੋਈ ਪ੍ਰੋਜੈਕਟ ਦੇਤਾ, ਜਾਂ ਫਿਰ ਇੰਡੀਵਿਜੂਅਲੀ ਵੀ ਇਕੱਲੇ ਬੱਚੇ ਨੂੰ ਵੀ ਆਪਾਂ ਕੋਈ ਪ੍ਰੋਜੈਕਟ ਦੇ ਸਕਦੇ ਹਾਂ। ਇਹ ਜਿਹੜਾ ਮੇਨ ਪ੍ਰੋਜੈਕਟ ਮੈਥਡ ਹੈ ਇਹ ਕਿਹੜੇ ਪ੍ਰਿੰਸੀਪਲ 'ਤੇ ਬੇਸਡ ਹੈ? ਲਰਨਿੰਗ ਬਾਏ ਡੂਇੰਗ। ਵੈਸੇ ਤਾਂ ਜਿਹੜੇ ਲਰਨਰ ਸੈਂਟਰਡ ਮੈਥਡਸ ਨੇ ਉਹ ਮੋਸਟਲੀ ਐਕਟੀਵਿਟੀ ਬੇਸਡ ਜਾਂ ਲਰਨਿੰਗ ਬਾਏ ਡੂਇੰਗ ਦੇ ਪ੍ਰਿੰਸੀਪਲ 'ਤੇ ਹੀ ਜ਼ਿਆਦਾ ਮਤਲਬ ਕਿ ਐਮਫੇਸਾਈਜ਼ ਕਰਦੇ ਨੇ। ਤਾਂ ਪ੍ਰੋਜੈਕਟ ਮੈਥਡ ਹੈ ਜਿਹੜਾ ਉਹ ਪ੍ਰੈਗਮੈਟਿਜ਼ਮ ਦਾ ਮੇਨਲੀ ਜਿਹੜਾ ਪ੍ਰੈਗਮੈਟਿਜ਼ਮ ਨੇ ਇਹਨੂੰ ਰਿਕਮੈਂਡ ਕੀਤਾ ਹੈ। ਤਾਂ ਪ੍ਰੋਜੈਕਟ ਮੈਥਡ ਦੇ ਵਿੱਚ ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਹੈ ਕਿ 4-5 ਬੱਚਿਆਂ ਨੂੰ ਵੀ ਆਪਾਂ ਕੋਈ ਚੀਜ਼ ਕਰਨ ਦੇ ਲਈ ਦੇ ਸਕਦੇ ਹਾਂ, ਕੋਈ ਪ੍ਰੋਜੈਕਟ ਦੇ ਸਕਦੇ ਹਾਂ, ਜਾਂ ਫਿਰ ਆਪਾਂ ਸਿੰਗਲ ਇੰਡੀਵਿਜੂਅਲ ਬੱਚਿਆਂ ਨੂੰ ਵੀ ਦੇ ਸਕਦੇ ਹਾਂ। ਇਹਦੇ ਨਾਲ ਕੀ ਹੁੰਦਾ ਕਿ ਉਹਨਾਂ ਦੀ ਜਿਹੜੀ ਉਹ ਆਪ ਖੁਦ ਜਾ ਕੇ ਨੈਚੁਰਲ ਕੰਡੀਸ਼ਨਸ ਦੇ ਵਿੱਚ ਸਿੱਖਦੇ ਨੇ। ਰੀਅਲਿਸਟਿਕ ਲਰਨਿੰਗ ਹੁੰਦੀ ਹੈ, ਐਕਸਪੈਰੀਮੈਂਟਲ ਲਰਨਿੰਗ ਹੁੰਦੀ ਹੈ। ਤਾਂ ਜੋ ਵੀ ਉਹਨਾਂ ਨੇ ਇਨਫੋਰਮੇਸ਼ਨ ਇਕੱਠੀ ਕਰਨੀ ਹੁੰਦੀ ਹੈ ਆਪਣੇ ਬੇਸ 'ਤੇ ਆਪ ਆਪਣੀ ਪੇਸ ਦੇ ਨਾਲ ਕਰਦੇ ਨੇ। ਤਾਂ ਰੀਅਲ ਲਰਨਿੰਗ ਹੁੰਦੀ ਹੈ ਇਹਦੇ ਥਰੂ, ਬਟ ਇਹਦੀ ਥੋੜ੍ਹੀ ਜਿਹੀ ਜਿਹੜੀ ਡੀਮੈਰਿਟ ਹੈਗੀ ਉਹ ਕਿਉਂਕਿ ਟਾਈਮ ਕੰਜ਼ਿਊਮਿੰਗ ਹੁੰਦਾ, ਹੌਲੀ ਮਤਲਬ ਕਿ ਪ੍ਰੋਜੈਕਟ ਕੰਪਲੀਟ ਕਰਨ ਨੂੰ ਟਾਈਮ ਲੱਗ ਜਾਂਦਾ। ਨੈਕਸਟ ਆਪਣੇ ਕੋਲ ਅਸਾਈਨਮੈਂਟ ਮੈਥਡ। ਅਸਾਈਨਮੈਂਟ ਵੀ ਜਿਵੇਂ ਆਪਾਂ ਹੋਮ ਅਸਾਈਨਮੈਂਟ ਦੇਤੀ ਜਾਂ ਕੋਈ ਅਸਾਈਨਮੈਂਟਸ ਬਣਾਉਣ ਲਈ ਦੇਤੀਆਂ, ਇਹ ਵਾਲੀਆਂ ਅਸਾਈਨਮੈਂਟ ਨਹੀਂ ਜਿਹੜੀਆਂ ਕਿ ਆਪਾਂ ਨੂੰ ਅਸਾਈਨਮੈਂਟ ਦਿੱਤੀ ਅਤੇ ਆਪਾਂ ਕਾਪੀ ਕਰਕੇ ਪੇਸਟ ਕਰਕੇ ਲੈ ਗਏ ਨਾ, ਇਸ ਤਰ੍ਹਾਂ ਨਹੀਂ। ਅਸਾਈਨਮੈਂਟ ਪ੍ਰੋਪਰਲੀ ਆਪਾਂ ਜਿਹੜੀ ਇਨਕੁਆਇਰੀ ਦੇ ਥਰੂ ਬਣਾਉਂਦੇ ਹਾਂ, ਤਿਆਰ ਕਰਦੇ ਹਾਂ। ਤਾਂ ਅਸਾਈਨਮੈਂਟ ਮੈਥਡ ਵੀ ਇੱਕ ਲਰਨਿੰਗ ਦਾ ਵਧੀਆ ਮੈਥਡ ਹੈਗਾ। ਸੈਲਫ ਲਰਨਿੰਗ ਹੁੰਦੀ ਹੈ ਇਹਦੇ ਵਿੱਚ ਵੀ, ਰਾਈਟਿੰਗ ਸਕਿੱਲ ਵਗੈਰਾ ਜਿਵੇਂ ਆਪਾਂ ਕੋਈ ਟੋਪਿਕ ਦੇਤਾ, ਕੋਈ ਰਿਪੋਰਟ ਵਗੈਰਾ ਤਿਆਰ ਕਰਨ ਲਈ ਅਸਾਈਨਮੈਂਟ ਦੇ ਵਿੱਚ ਦੇ ਸਕਦੇ ਹਾਂ, ਤਾਂ ਉਹਦੇ ਨਾਲ ਰਾਈਟਿੰਗ ਸਕਿੱਲ ਇੰਪਰੂਵ ਹੁੰਦੀ ਹੈ। ਤਾਂ ਲਰਨਰਸ ਨੂੰ ਜਿਹੜੀ ਇਸ ਤਰ੍ਹਾਂ ਦੀ ਮਤਲਬ ਸੈਲਫ ਲਰਨਿੰਗ ਦੇ ਥਰੂ ਗਾਈਡਡ ਲਰਨਿੰਗ ਹੁੰਦੀ ਹੈ, ਬਟ ਸੈਲਫ ਲਰਨਿੰਗ ਹੁੰਦੀ ਆ, ਤਾਂ ਇਹ ਇੰਟਰਸਟਿੰਗ ਵੀ ਹੋ ਜਾਂਦੀ ਹੈ। ਡਿਸਕਸ਼ਨ ਮੈਥਡ ਦੇ ਵਿੱਚ ਜਿਵੇਂ ਆਪਾਂ ਕਲਾਸਰੂਮ ਦੇ ਵਿੱਚ 4-4 5-5 ਦੇ ਗਰੁੱਪ ਬਣਾ ਲਏ, ਉਹਨਾਂ ਦੀ ਡਿਸਕਸ਼ਨ ਕਰਵਾ ਦਿੱਤੀ, ਤਾਂ ਕਿਸੇ ਵੀ ਟੋਪਿਕ ਨੂੰ ਲੈ ਕੇ ਆਪਾਂ ਡਿਸਕਸ਼ਨ ਕਰਵਾ ਸਕਦੇ ਹਾਂ। ਤਾਂ ਇਹ ਇੱਕ ਇੰਟਰੈਕਟਿਵ ਵੀ ਹੋ ਜਾਊਗਾ, ਪਾਰਟੀਸਪੇਟਰੀ ਵੀ ਹੋ ਜਾਊਗਾ ਇਹਦੇ ਵਿੱਚ, ਮਤਲਬ ਕਿ ਕਲਾਸਰੂਮ ਹੈ ਜਿਹੜਾ ਉਹ ਇੰਗੇਜਡ ਹੋਣਗੇ ਬੱਚੇ ਡਿਸਕਸ਼ਨ ਦੇ ਵਿੱਚ, ਸਾਰੇ ਪਾਰਟੀਸਪੇਟ ਕਰਨਗੇ। ਤਾਂ ਇਸ ਤਰ੍ਹਾਂ ਦੇ ਨਾਲ ਉਹ ਇੰਟਰਸਟਿੰਗ ਤਰੀਕੇ ਦੇ ਨਾਲ ਪੋਜ਼ੀਟਿਵ ਵੇ ਦੇ ਨਾਲ ਜੇ ਆਪਾਂ ਡਿਸਕਸ਼ਨ ਕਰਾਂਗੇ ਤਾਂ ਇੱਕ ਆਪਾਂ ਜੋ ਵੀ ਆਪਾਂ ਪ੍ਰੋਬਲਮ ਨੂੰ ਡਿਸਕਸ ਕਰ ਰਹੇ ਹਾਂ ਉਹਦੇ ਆਪਾਂ ਪ੍ਰੋਪਰ ਸੋਲਿਊਸ਼ਨ ਵੱਲ ਜਾ ਸਕਦੇ ਹਾਂ। ਨੈਕਸਟ ਆ ਜਾਂਦਾ ਆਪਣੇ ਕੋਲ ਬ੍ਰੇਨ ਸਟੋਰਮਿੰਗ ਮਤਲਬ ਦਿਮਾਗ ਦੇ ਵਿੱਚੋਂ ਆਈਡੀਆਜ਼ ਨੂੰ ਆਪਾਂ ਕੱਢਣਾ ਇੱਕਦਮ। ਬ੍ਰੇਨ ਸਟੋਰਮਿੰਗ ਮਤਲਬ ਕੋਈ ਵੀ ਆਪਾਂ ਨੂੰ ਪ੍ਰੋਬਲਮ ਦਿੱਤੀ ਉਸ 'ਤੇ ਆਪਾਂ ਇੱਕਦਮ ਸੋਲਿਊਸ਼ਨ ਸੋਚਣੇ, ਤਾਂ ਮਤਲਬ ਨਾਲ ਦੀ ਨਾਲ ਆਪਾਂ ਉਹਦੇ ਆਈਡੀਆਜ਼ ਦੇਣੇ। ਤਾਂ ਆਈਡੀਆਜ਼ ਰਾਈਟ ਡਾਊਨ ਕਰ ਲਏ ਜਾਂਦੇ, ਉਸ ਤੋਂ ਬਾਅਦ ਉਹਦੀ ਇਵੈਲੂਏਸ਼ਨ ਕੀਤੀ ਜਾਂਦੀ ਹੈ। ਬ੍ਰੇਨ ਸਟੋਰਮਿੰਗ ਦੇ ਵਿੱਚ ਇੱਕ ਜਿਹੜਾ ਚੀਜ਼ ਦਾ ਧਿਆਨ ਰੱਖਣਾ ਕਿ ਟੀਚਰ ਨੇ ਜਿਹੜਾ ਕ੍ਰਿਟਿਸਿਜ਼ਮ ਨਹੀਂ ਕਰਨਾ ਹੁੰਦਾ ਆਈਡੀਆਜ਼ ਦਾ, ਕਿਉਂਕਿ ਉਹਦੇ ਨਾਲ ਬੱਚੇ ਜਿਹੜੇ ਉਹ ਡੀਮੋਟੀਵੇਟ ਹੋ ਜਾਂਦੇ ਆ। ਨੈਕਸਟ ਹੈ ਆਪਣੇ ਕੋਲ ਸੈਮੀਨਾਰ ਮੈਥਡ। ਸੈਮੀਨਾਰ ਆਪਾਂ ਸੁਣਦੇ ਹੀ ਰਹਿੰਦੇ ਹਾਂ ਕਿ ਇਸ ਚੀਜ਼ 'ਤੇ ਆਪਣਾ ਸੈਮੀਨਾਰ ਹੋਇਆ, ਕੋਈ ਪਰਟੀਕੂਲਰ ਟੋਪਿਕ ਜਾਂ ਕੋਈ ਪਰਟੀਕੂਲਰ ਸਕਿੱਲ ਹੈ ਜਿਹੜੀ ਉਹ ਮੇਨਲੀ ਵਰਕਸ਼ਾਪ ਦੇ ਵਿੱਚ ਸਿੱਖੀ ਜਾਂਦੀ ਹੈ, ਅਤੇ ਕੋਈ ਪਰਟੀਕੂਲਰ ਟੋਪਿਕ ਡਿਸਕਸ ਕਰਨਾ ਉਹ ਸੈਮੀਨਾਰ ਦੇ ਵਿੱਚ। ਸੈਮੀਨਾਰ ਦੇ ਵਿੱਚ ਕੀ ਆ ਕਿ ਇੱਕ ਕੀਨੋਟ ਸਪੀਕਰ ਹੋਊਗਾ, ਉਹ ਆਪਣਾ ਪ੍ਰੋਪਰਲੀ ਉਸ ਟੋਪਿਕ ਦੇ ਉੱਪਰ ਆਪਣੇ ਪ੍ਰੀਪੇਅਰ ਕਰਕੇ ਆਉਂਦਾ ਅਤੇ ਉਹਦੀ ਇਨਫੋਰਮੇਸ਼ਨ ਹੈ ਜਾਂ ਫੈਕਟਸ ਜੋ ਵੀ ਆਪਾਂ ਨੂੰ ਡਿਲੀਵਰ ਕਰਦਾ। ਤਾਂ ਐਕਸਪਰਟ ਹੁੰਦਾ ਉਹ ਆਪਣੀ ਫੀਲਡ ਦਾ, ਆਪਾਂ ਨੂੰ ਉਸ ਟੋਪਿਕ ਦੇ ਉੱਪਰ ਜਿਹੜੀ ਪ੍ਰੋਪਰਲੀ ਉਹ ਡਿਸਕਸ਼ਨ ਕਰਦਾ ਅਤੇ ਸਪੈਸੀਫਿਕ ਟੈਕਨੀਕਸ ਵਗੈਰਾ ਟੋਪਿਕ ਦੇ ਅਕੋਰਡਿੰਗ ਆਪਾਂ ਨੂੰ ਉਹ ਦੱਸਦਾ। ਨੈਕਸਟ ਆ ਜਾਂਦਾ ਆਪਣੇ ਕੋਲ ਹਰਿਸਟਿਕ ਮੈਥਡ। ਹਰਿਸਟਿਕ ਦਾ ਮਤਲਬ ਹੁੰਦਾ ਕਿ ਫਾਈਂਡ ਕਰਨਾ ਕਿਸੇ ਚੀਜ਼ ਨੂੰ, ਡਿਸਕਵਰੀ ਦੇ ਥਰੂ ਕਿਸੇ ਵੀ ਪ੍ਰੋਬਲਮ ਦਾ ਸੋਲਿਊਸ਼ਨ ਫਾਈਂਡ ਆਊਟ ਕਰਨਾ, ਉਹਨੂੰ ਕਹਿੰਦੇ ਆਪਾਂ ਹਰਿਸਟਿਕ ਮੈਥਡ। ਨੈਕਸਟ ਆਪਣੇ ਕੋਲ ਕਾਈਨੈਸਥੈਟਿਕ ਲਰਨਿੰਗ। ਕਾਈਨੇ ਮੀਨਸ ਹੁੰਦਾ ਹੈਗਾ ਕਿ ਕਾਈਨੈਸਥੈਟਿਕ ਮਤਲਬ ਫਿਜ਼ੀਕਲ ਐਕਟੀਵਿਟੀ, ਹੈਂਡਸ
ਜਿਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਬੋਡੀ ਮੂਵਮੈਂਟ ਆਪਣੇ ਕੋਲੇ ਯੂਜ਼ ਹੁੰਦੀ ਹੈ। ਤਾਂ ਇਹ ਮਤਲਬ ਫਿਜ਼ੀਕਲ ਐਕਟੀਵਿਟੀ ਦੇ ਥਰੂ ਜਿਹੜੀ ਚੀਜ਼ਾਂ ਆਪਾਂ ਹੈਂਡਸ ਔਨ ਲਰਨਿੰਗ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਕਾਈਨੈਸਥੈਟਿਕ। ਜਿਵੇਂ ਕੋਈ ਪਰਟੀਕੂਲਰ ਸਕਿੱਲ ਸਿੱਖਣੀ ਆ ਆਪਾਂ, ਪਲੇਇੰਗ ਵਗੈਰਾ, ਡਰਾਮਾ, ਸਪੋਰਟ, ਇਹ ਚੀਜ਼ਾਂ ਜਿਹੜੀਆਂ ਸਪੋਰਟਸ ਵਗੈਰਾ ਕਾਈਨੈਸਥੈਟਿਕ ਲਰਨਿੰਗ ਦੇ ਵਿੱਚ ਆਉਂਦੀਆਂ ਨੇ। ਨੈਕਸਟ ਹੈ ਆਪਣੇ ਕੋਲੇ ਕੰਪਿਊਟਰ ਅਸਿਸਟਡ ਲਰਨਿੰਗ। ਕੰਪਿਊਟਰ ਅਸਿਸਟ ਕੀਤਾ ਕੰਪਿਊਟਰ ਨੇ, ਕੰਪਿਊਟਰ ਦੀ ਹੈਲਪ ਦੇ ਨਾਲ ਲਰਨਿੰਗ। ਜਿਵੇਂ ਆਪਣੇ ਹੁਣ ਐਗਜ਼ਾਮਸ ਵਗੈਰਾ ਵੀ ਕੰਪਿਊਟਰ ਦੇ ਉੱਪਰ ਹੋਣ ਲੱਗ ਗਏ। ਕੰਪਿਊਟਰ ਅਸਿਸਟਡ ਲਰਨਿੰਗ ਇੱਕ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਕੰਪਿਊਟਰ ਦੇ ਵਿੱਚ ਜਿਹੜਾ ਮੇਨਲੀ ਐਕੂਰੇਸੀ ਹੁੰਦੀ ਹੈ, ਸਪੀਡ ਵਗੈਰਾ ਦਾ ਮਤਲਬ ਕਿ ਆਪਣੇ ਕੋਲੇ ਪ੍ਰੋਪਰ ਕੁਇਕਲੀ ਹੋ ਜਾਂਦੀਆਂ ਨੇ ਚੀਜ਼ਾਂ, ਐਕੂਰੇਟ ਹੁੰਦੀਆਂ ਨੇ। ਤਾਂ ਮਤਲਬ ਆਪਾਂ ਸਟੂਡੈਂਟ ਦੀ, ਲਰਨਰ ਦੀ ਨੀਡ ਦੇ ਅਕੋਰਡਿੰਗ ਉਹ ਆਪਣੀ ਪ੍ਰੋਗਰੈਸ ਕਰ ਸਕਦੇ ਨੇ ਕੰਪਿਊਟਰ ਅਸਿਸਟਡ ਲਰਨਿੰਗ ਦੇ ਥਰੂ। ਜਿਵੇਂ ਜਿਵੇਂ ਮਤਲਬ ਇੰਸਟਰਕਸ਼ਨਸ ਆਈ ਜਾਣਗੀਆਂ ਉਹਨਾਂ ਨੂੰ ਫੋਲੋ ਕਰਕੇ ਅੱਗੇ ਅੱਗੇ ਆਪਾਂ ਕੰਟੈਂਟ ਨੂੰ ਕਰਦੇ ਜਾਣਾ। ਜਿਵੇਂ ਹੁਣ ਆਨਲਾਈਨ ਕੋਰਸਿਸ ਵੀ ਹੁੰਦੇ ਨੇ, ਉਹਦੇ ਵਿੱਚ ਆਪਾਂ ਨੂੰ ਕੰਟੈਂਟ ਦਿੱਤਾ, ਉਹਨੂੰ ਪੜ੍ਹ ਲਿਆ, ਉਸ ਤੋਂ ਬਾਅਦ ਅਸਾਈਨਮੈਂਟ ਹੈ ਉਹ ਆਪਾਂ ਅਸਾਈਨਮੈਂਟ ਬਣਾ ਕੇ ਸਬਮਿਟ ਕਰਤੀ, ਉਸ ਤੋਂ ਬਾਅਦ ਆਪਣੀ ਅਵੈਲੂਏਸ਼ਨ ਹੁੰਦੀ ਹੈ। ਤਾਂ ਇਸ ਤਰ੍ਹਾਂ ਮਤਲਬ ਫੀਡਬੈਕ ਮਿਲਦਾ ਆਪਾਂ ਨੂੰ, ਮਤਲਬ ਕੋਰਸ ਹੈ ਜਿਹੜਾ ਉਹ ਕੰਪਲੀਟ ਹੋ ਜਾਂਦਾ। ਤਾਂ ਉਹ ਕੰਪਿਊਟਰ ਅਸਿਸਟਡ ਲਰਨਿੰਗ ਦੇ ਵਿੱਚ ਆ ਜਾਂਦਾ। ਨੈਕਸਟ ਆਪਣੇ ਕੋਲੇ ਕੇਸ ਸਟੱਡੀ ਮੈਥਡ। ਕੇਸ ਸਟੱਡੀ ਮੈਥਡ ਪਰਟੀਕੂਲਰਲੀ ਜਿਹੜਾ ਉਹ ਮਤਲਬ ਯੂਜ਼ ਹੁੰਦਾ ਹੈਗਾ ਕਿ ਕ੍ਰਿਟੀਕਲ ਥਿੰਕਿੰਗ ਹੁੰਦੀ ਹੈ ਇਹਦੇ ਵਿੱਚ। ਇੱਕ ਕੁਆਲਿਟੀ ਜਦੋਂ ਆਪਾਂ ਲਰਨਿੰਗ ਕਰਨੀ ਆ ਉਹਦੇ ਵਿੱਚ ਯੂਜ਼ ਹੁੰਦਾ। ਕਮਿਊਨੀਕੇਸ਼ਨ, ਗਰੁੱਪ ਡਾਇਨਾਮਿਕਸ ਹੁੰਦਾ ਇਹਦੇ ਵਿੱਚ ਯੂਜ਼। ਐਕਚੁਅਲ ਸਿਚੁਏਸ਼ਨ ਦੇ ਵਿੱਚ ਆਪਾਂ ਕੇਸ ਸਟੱਡੀ ਕਰਦੇ ਹਾਂ ਕਿ ਕਿਸੇ ਪਰਟੀਕੂਲਰ ਇੰਡੀਵਿਜੂਅਲ ਦੀ ਆਪਾਂ ਕੇਸ ਸਟੱਡੀ ਕਰ ਸਕਦੇ ਹਾਂ, ਕਿਸੇ ਸਿਚੁਏਸ਼ਨ ਦੀ ਆਪਾਂ ਕੇਸ ਸਟੱਡੀ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ ਨੂੰ ਮਤਲਬ ਕਿ ਪ੍ਰੋਪਰ ਜਿਹੜੇ ਡਿਸੀਜ਼ਨ ਹੈ, ਚੈਲੰਜ ਵੀ ਕਾਫੀ ਹੁੰਦੇ ਨੇ ਇਹਦੇ ਵਿੱਚ। ਅਤੇ ਇੱਕ ਪ੍ਰੋਬਲਮ ਨੂੰ ਆਪਾਂ ਜਿਵੇਂ ਫੇਸ ਕਰ ਰਹੇ ਹਾਂ, ਕੋਈ ਇਸ਼ੂ ਜਾਂ ਕਿਸੇ ਪਰਸਨ ਦੁਆਰਾ ਫੇਸ ਕੀਤਾ ਗਿਆ ਜਾਂ ਕਿਸੇ ਸੋਸ਼ਲ ਸੈਟਅਪ ਦੇ ਵਿੱਚ, ਤਾਂ ਉਹਦੀ ਆਪਾਂ ਸਟੱਡੀ ਕਰਦੇ ਹਾਂ। ਕਿਸੇ ਪਰਟੀਕੂਲਰ ਸਿਚੁਏਸ਼ਨ ਦੀ ਜਾਂ ਕਿਸੇ ਪਰਟੀਕੂਲਰ ਪ੍ਰੋਬਲਮ ਜੋ ਫੇਸ ਕੀਤੀ ਕਿਸੇ ਨੇ, ਉਹਦੀ ਆਪਾਂ ਸਟੱਡੀ ਕਰਦੇ ਹਾਂ। ਡੀਪ ਸਟੱਡੀ ਹੁੰਦੀ ਹੈ, ਮਤਲਬ ਇਹ ਥੋੜ੍ਹੀ ਜਿਹੀ ਪਰਸਨਲਾਈਜ਼ਡ ਸਿਸਟਮ ਆਫ ਇੰਸਟਰਕਸ਼ਨ। ਪਰਸਨਲਾਈਜ਼ਡ ਸਿਸਟਮ ਆਫ ਇੰਸਟਰਕਸ਼ਨ PSI ਦਾ ਮਤਲਬ ਕਿ ਆਪਾਂ ਆਪਣੇ ਹਿਸਾਬ ਨਾਲ ਪਰਸਨਲ ਉਹਦੇ ਅਕੋਰਡਿੰਗ ਆਪਾਂ ਇੰਸਟਰਕਸ਼ਨਸ ਆਪਾਂ ਨੂੰ ਮਿਲਦੀਆਂ ਨੇ। ਜਿਵੇਂ ਕੰਪਿਊਟਰ ਅਸਿਸਟਡ ਲਰਨਿੰਗ ਹੁੰਦੀ ਹੈ ਉਸੇ ਤਰ੍ਹਾਂ ਨਾਲ ਹੀ ਪਰਸਨਲਾਈਜ਼ਡ ਸਿਸਟਮ ਆਫ ਇੰਸਟਰਕਸ਼ਨ ਹੁੰਦਾ ਆਲਮੋਸਟ। ਇਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਇੰਡੀਵਿਜੂਅਲ ਡਿਫਰੈਂਸਿਸ ਜਿਵੇਂ ਧਿਆਨ 'ਚ ਰੱਖੇ ਜਾ ਸਕਦੇ ਨੇ। ਕੋਈ ਪਰਟੀਕੂਲਰ ਨੀਡਸ ਵਾਲੇ ਬੱਚੇ ਨੇ, ਸਪੈਸ਼ਲ ਨੀਡਸ ਵਾਲੇ ਬੱਚੇ ਨੇ, ਉਹਨਾਂ ਨੂੰ ਜਦੋਂ ਆਪਾਂ ਪੜ੍ਹਾਉਣਾ ਹੈਗਾ ਤਾਂ ਉਹ ਪਰਸਨਲਾਈਜ਼ਡ ਸਿਸਟਮ ਆਫ ਇੰਸਟਰਕਸ਼ਨ ਜਿਹੜਾ ਆਪਾਂ ਉਹ ਮੈਥਡ ਯੂਜ਼ ਕਰ ਸਕਦੇ ਹਾਂ ਡਾਇਵਰਸ ਨੀਡਸ ਨੂੰ ਐਡਰੈਸ ਕਰਨ ਦੇ ਲਈ। ਕਿਉਂਕਿ ਆਪਣੇ ਕੋਲ ਕਲਾਸਰੂਮ ਦੇ ਵਿੱਚ ਮੰਨ ਲਓ ਵੱਖੋ ਵੱਖਰੀ ਤਰ੍ਹਾਂ ਦੇ ਬੱਚੇ ਨੇ, ਤਾਂ ਆਪਾਂ ਇੱਕੋ ਕਲਾਸਰੂਮ ਦੇ ਵਿੱਚ ਤਾਂ ਇੰਨੇ ਜ਼ਿਆਦਾ ਤਰੀਕੇ ਨਹੀਂ ਵਰਤ ਸਕਦੇ ਕਿ ਹਰ ਇੱਕ ਨੂੰ ਉਹਦੀ ਜਿਹੜਾ ਬੈਨੀਫਿਟ ਹੋਵੇ। ਤਾਂ ਆਪਾਂ ਉਹਨਾਂ ਨੂੰ ਪਰਸਨਲਾਈਜ਼ ਸਿਸਟਮ ਆਫ ਇੰਸਟਰਕਸ਼ਨ ਦੇ ਥਰੂ ਮਤਲਬ ਇੰਸਟਰਕਸ਼ਨ ਦੇ ਸਕਦੇ ਹਾਂ ਕਿ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਲੈਕਚਰਸ ਵਗੈਰਾ ਜਾਂ ਕੁਛ ਵੀ ਦੇਤਾ ਜਿਹਨੂੰ ਉਹ ਆਪਣੀ ਪੇਸ ਦੇ ਅਕੋਰਡਿੰਗ ਕਰ ਲੈਣਗੇ ਕੰਮ ਨੂੰ। ਫਲਿਪਡ ਕਲਾਸਰੂਮ ਹੁਣ ਮਾਡਰਨ ਕਲਾਸਰੂਮ ਹੈ। ਇਹਦੇ ਵਿੱਚ ਕੀ ਹੈ ਕਿ ਟੀਚਰ ਹੈ ਜਿਹੜਾ ਉਹ ਰਿਕਾਰਡਡ ਲੈਕਚਰਸ ਵਗੈਰਾ ਦੇ ਦਿੰਦਾ ਬੱਚਿਆਂ ਨੂੰ ਜਾਂ ਵੀਡੀਓ ਲਿੰਕ ਕੋਈ ਸ਼ੇਅਰ ਕਰ ਦਿੰਦਾ, ਤਾਂ ਉਹਦੇ ਨਾਲ ਬੱਚੇ ਉਹ ਆਪਣੇ ਆਪ ਆਪਣੀ ਨੀਡ ਦੇ ਅਕੋਰਡਿੰਗ ਜਦੋਂ ਉਹਨਾਂ ਨੂੰ ਕਨਵੀਨੀਅੰਟ ਲੱਗੂਗਾ ਆਪਣੀ ਪੇਸ ਦੇ ਅਕੋਰਡਿੰਗ, ਆਪਣੀ ਸਪੀਡ ਦੇ ਅਕੋਰਡਿੰਗ ਉਹ ਦੇਖ ਲੈਣਗੇ। ਤਾਂ ਇਹ ਚੀਜ਼ਾਂ ਨੇ ਕਿ ਜਿਵੇਂ ਫਲਿਪਡ ਕਲਾਸਰੂਮ ਹੈ ਇਹ ਮਾਡਰਨ ਕੰਸੈਪਟ ਹੈ, ਲੈਕਚਰ ਮੈਥਡ ਹੈ ਟਰਡੀਸ਼ਨਲ ਮੈਥਡ ਹੈਗਾ। ਤਾਂ ਇਸ ਤਰ੍ਹਾਂ ਦੀਆਂ ਮਤਲਬ ਥੋੜ੍ਹੀਆਂ ਜਿਹੀਆਂ ਧਿਆਨ ਵਿੱਚ ਚੀਜ਼ਾਂ ਰੱਖਣੀਆਂ ਨੇ ਕਿ ਕਿਹੜੇ ਮੈਥਡ ਦੇ ਵਿੱਚ ਕੀ ਹੁੰਦਾ। ਹਰਿਸਟਿਕ ਮੈਥਡ ਹੈ ਟੂ ਫਾਈਂਡ ਜਾਂ ਫਾਈਂਡ ਥਰੂ, ਡਿਸਕਵਰੀ ਹੈ, ਬ੍ਰੇਨ ਸਟੋਰਮਿੰਗ ਹੈ। ਤਾਂ ਇਹ ਮੇਨ ਜਿਹੜੀਆਂ ਉਹ ਪੁਆਇੰਟਸ ਆਪਾਂ ਯਾਦ ਰੱਖਣੇ ਨੇ। ਅਤੇ ਨੈਕਸਟ ਆ ਜਾਂਦੇ ਨੇ ਆਪਣੇ ਕੋਲ ਆਫਲਾਈਨ ਐਂਡ ਔਨਲਾਈਨ ਟੀਚਿੰਗ ਮੈਥਡਸ, ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਥੈਂਕ ਯੂ।